ਸ਼ਾਂਤ ਪਈ ਗੁਰ ਗੋਬਿੰਦ ਪਾਈ ਤਾਪ ਪਾਪ। ਅੱਜ ਦੇ ਸ਼ਬਦ ਸਤਿਗੁਰੂ ਕਹਿੰਦੇ ਨੇ, ਮੇਰੇ ਮਨ ਸੁਖ ਦਾਤਾ ਹਰ ਸੋਏ, ਗੁਰ ਪ੍ਰਸਾਦੀ ਪਾਈਐ ਕਰਮ ਪ੍ਰਾਪਤ ਹੋਏ। ਸੁੱਖਾਂ ਦਾ ਦਾਤਾ ਕੇਵਲ ਤੇ ਕੇਵਲ ਪ੍ਰਭੂ ਹੈ, ਪਰਮਾਤਮਾ ਹੈ। ਸੁਖ ਦਾਤਾ ਹਰ ਸੋਏ, ਗੁਰ ਪ੍ਰਸਾਦੀ ਪਾਈਐ ਕਰਮ ਪ੍ਰਾਪਤ ਹੋਏ। ਇਹ ਸ਼ਬਦ ਦੀਆਂ ਰਹਾਉ ਦੀਆਂ ਪੰਕਤੀਆਂ ਨੇ। ਮੇਰੇ ਮਨ ਸੁਖ ਦਾਤਾ ਹਰ ਸੋਏ। ਕਿਤੇ ਬੈਠ ਕੇ ਆਪਣੇ ਮਨ ਦੇ ਨਾਲ ਵਿਚਾਰ ਕਰੀ। ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਜੀਵ ਕਾਲ ਦਾ ਸੁੱਖ ਚਾਹੀਦਾ ਹੈ ਤਾਂ ਪ੍ਰਭੂ ਦੀ ਸ਼ਰਨ ਦੇ ਵਿੱਚ ਆ ਕੇ ਜੁੜ ਜਾ। ਸ਼ਰਨ ਰਾਮ ਕੀ ਲੈ ਕਹੋ ਨਾਨਕ ਸੁਨ ਰੇ ਮਨਾ ਦੁਰਲਭ ਮਾਨੁਖ। ਸਮਝ ਮਨੁੱਖ ਨੂੰ ਉਦੋਂ ਪੈਂਦੀ ਹੈ ਜਦੋਂ ਇਹ ਹੌਲੀ ਹੌਲੀ ਕਰਕੇ ਮਨੁੱਖ ਦੇ ਹੱਥੋਂ ਜਿਹੜਾ ਹੈਗਾ ਇਹ ਸਰੀਰ ਖਿਸਕਣ ਲੱਗ ਜਾਂਦਾ ਹੈ। ਸਾਹਿਬ ਪਾਤਸ਼ਾਹ ਕਹਿੰਦੇ ਨੇ, ਉਸ ਅਕਾਲ ਪੁਰਖ ਵਾਹਿਗੁਰੂ ਨੇ ਮਨੁੱਖ ਦੇ ਉੱਤੇ ਰਹਿਮਤ ਕਰਕੇ ਬਖਸ਼ਿਸ਼ ਕਰਕੇ ਇਹ ਅੰਮ੍ਰਿਤ ਜੀਵਨ ਇਸ ਦੇ ਹੱਥਾਂ ਦੇ ਵਿੱਚ ਇਸ ਨੂੰ ਦਿੱਤਾ ਸੀ। ਅਤੇ ਜਿਹੜੀ ਚੀਜ਼ ਕਿਸੇ ਮਨੁੱਖ ਨੂੰ ਹੈਂਡਓਵਰ ਕੀਤੀ ਜਾਂਦੀ ਹੈ, ਸੌਂਪੀ ਜਾਂਦੀ ਹੈ, ਉਸ ਚੀਜ਼ ਦਾ ਮਾਲਕ ਉਹ ਆਪ ਹੁੰਦਾ ਹੈ। ਉਸ ਨੂੰ ਕਿਸੇ ਵੀ ਢੰਗ ਦੇ ਨਾਲ ਵਰਤ ਸਕਦਾ, ਉਸ ਨੂੰ ਕਿਸੇ ਢੰਗ ਦੇ ਨਾਲ ਯੂਜ਼ ਕਰ ਸਕਦਾ, ਪਰ ਉਸ ਦੇ ਵਰਤਣ ਦੀ ਇੱਕ ਹੱਦ ਹੈ, ਇੱਕ ਸੀਮਾ ਹੈ, ਇੱਕ ਨਿਸ਼ਚਿਤ ਦਾਇਰੇ ਤੱਕ ਉਹ ਵਰਤ ਸਕਦਾ ਹੈ। ਹੁਣ ਉਸ ਦੇ ਉੱਤੇ ਨਿਰਭਰ ਹੈ। ਜਿਸ ਤਰ੍ਹਾਂ ਕਿਸੇ ਮਨੁੱਖ ਨੂੰ, ਸਰਕਾਰੀ ਤੰਤਰ ਨੂੰ ਜਦੋਂ ਆਪਾਂ ਦੇਖਦੇ, ਖਾਸ ਕਰਕੇ ਹੁਣ ਬਿਊਰੋਕਰੇਟਸ ਦਾ ਵੱਲ ਧਿਆਨ ਦਿਓਗੇ ਤਾਂ ਤੁਹਾਨੂੰ ਪਤਾ ਲੱਗੇਗਾ, ਜਦੋਂ ਕਿਸੇ ਮਨੁੱਖ ਨੂੰ ਕੋਈ ਰੁਤਬਾ ਮਿਲਦਾ ਹੈ, ਕੋਈ ਅਹੁਦਾ ਮਿਲਦਾ ਹੈ, ਤਾਂ ਉਸ ਰੁਤਬੇ ਦੀ ਕੁਝ ਪਾਵਰਾਂ ਹੁੰਦੀਆਂ ਨੇ, ਕੁਝ ਤਾਕਤਾਂ ਹੁੰਦੀਆਂ ਨੇ, ਕੁਝ ਸਮਰੱਥਾ ਹੁੰਦੀ ਹੈ। ਜਿਹੜੀ ਉਹ ਸਮਰੱਥਾ ਹੈ, ਉਸ ਦੀ ਸੁਵਰਤੋਂ ਵੀ ਕੀਤੀ ਜਾ ਸਕਦੀ, ਉਸ ਦੀ ਦੁਰਵਰਤੋਂ ਵੀ ਕੀਤੀ ਜਾ ਸਕਦੀ। ਦੁਰਵਰਤੋਂ ਕਰਕੇ ਉਹ ਆਪਣੇ ਉਸ ਰੁਤਬੇ ਦੀ ਤਾਕਤ, ਸਮਰੱਥਾ ਨੂੰ ਹੌਲੀ ਹੌਲੀ ਗਵਾ ਬੈਠਦਾ, ਕਿਉਂਕਿ ਇੱਕ ਨਿਸ਼ਚਿਤ ਸਮੇਂ ਵਾਸਤੇ ਉਸ ਨੂੰ ਮਿਲਿਆ ਹੈ ਅਤੇ ਇੱਕ ਨਿਸ਼ਚਿਤ ਸਮੇਂ 'ਤੇ ਉਸ ਦੇ ਕੋਲੋਂ ਚਲੇ ਜਾਣਾ ਹੈ। ਪਰ ਜੇਕਰ ਕਿਤੇ ਉਸ ਦੀ ਸਵਰਤੋਂ ਕਰ ਲਈ ਜਾਏ, ਠੀਕ ਵਰਤੋਂ ਕਰ ਲਈ ਜਾਏ, ਤਾਂ ਉਹ ਸਫਲ ਹੋ ਜਾਏਗਾ। ਉਸੇ ਤਰ੍ਹਾਂ ਮਨੁੱਖਾ ਜਨਮ ਇੱਕ ਰੁਤਬਾ ਹੈ, ਇੱਕ ਅਹੁਦਾ ਹੈ। ਹੁਣ ਇਹਨੇ ਵਰਤਣਾ ਕਿਸ ਤਰ੍ਹਾਂ ਹੈ, ਉਹ ਮਨੁੱਖ ਦੇ ਉੱਤੇ ਨਿਰਭਰ ਹੈ ਕਿ ਉਹ ਕਿਸ ਤਰ੍ਹਾਂ ਇਸ ਨੂੰ ਵਰਤਦਾ ਹੈ, ਕਿਸ ਤਰ੍ਹਾਂ ਇਸ ਨੂੰ ਯੂਜ਼ ਕਰਦਾ ਹੈ, ਉਹ ਇਸ ਦੇ ਉੱਪਰ ਨਿਰਭਰ ਕਰਦਾ ਹੈ। ਸਾਹਿਬ ਪਾਤਸ਼ਾਹ ਕਹਿੰਦੇ ਨੇ, ਇਹ ਮਨੁੱਖਾ ਜਨਮ ਦੇ ਵਿੱਚ ਤੂੰ ਕੀ ਕਰ ਰਿਹਾ ਹੈ? ਤਾਂ ਪ੍ਰਥਮ ਸ਼ਬਦ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਕਿਆ ਤੂੰ ਰੱਤਾ ਦੇਖ ਕੇ ਪੁੱਤਰ ਕਲੱਤਰ ਸਿੰਗਾਰ। ਹੁਣ ਦੇਖੋ, ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਤੈਨੂੰ ਇਸ ਮਨੁੱਖਾ ਜਨਮ 'ਚ ਸਭ ਤੋਂ ਪਹਿਲੀ ਚੀਜ਼ ਕੀ ਮਿਲੀ ਸੀ? ਨਜ਼ਰ, ਰੌਸ਼ਨੀ। ਸਤਿਗੁਰੂ ਸੱਚੇ ਪਾਤਸ਼ਾਹ ਨੇ ਸਰਵ ਪ੍ਰਥਮ ਜਿਹੜਾ ਜ਼ਿਕਰ ਕੀਤਾ ਨਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਵੀ ਜੋਤ ਦਾ ਜ਼ਿਕਰ ਕੀਤਾ। ਜੋਤ, ਜਿੱਥੇ ਵੀ ਤੁਹਾਨੂੰ ਸਤਿਗੁਰੂ ਪਾਤਸ਼ਾਹ ਦੀ ਪਾਵਨ ਬਾਣੀ ਦੇ ਵਿੱਚ ਕਿਤੇ ਜ਼ਿਕਰ ਯਾਫਤਾ ਤੁਸੀਂ ਹੋਵੋਗੇ ਤਾਂ ਸਤਿਗੁਰੂ ਪਾਤਸ਼ਾਹ ਜੋਤ ਦੀ ਗੱਲ ਕਰਦੇ ਨੇ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਫਿਰ ਸਾਹਿਬ ਪਾਤਸ਼ਾਹ ਕਹਿੰਦੇ ਨੇ, ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਧਰੀ, ਤਾਂ ਤੂੰ ਜਗ ਮੈਂ ਆਇਆ। ਜੋਤ ਤੇਰੇ ਵਿੱਚ ਰੱਖੀ ਸੀਗੀ। ਜੋਤ ਦਾ ਮਤਲਬ ਦੇਖਣ ਦੀ ਸਮਰੱਥਾ, ਐਬਿਲਿਟੀ। ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਧਰੀ, ਤਾਂ ਤੂੰ ਜਗ ਮੈਂ ਆਇਆ। ਹਰ ਜੋਤ ਰੱਖੀ ਤੁਧ ਵਿੱਚ, ਤਾਂ ਤੂੰ ਜਗ ਮੈਂ ਆਇਆ। ਉਹ ਕਹਿੰਦੇ ਨੇ, ਤੂੰ ਸੰਸਾਰ 'ਤੇ ਆਇਆ ਹੀ ਤਾਂ ਹੈ, ਤੈਨੂੰ ਸਭ ਤੋਂ ਪਹਿਲਾਂ ਜੋਤ ਦੀ ਪ੍ਰਾਪਤੀ ਹੋਈ। ਜੇ ਜੋਤ ਨਾ ਹੁੰਦੀ ਤੇ ਸੰਸਾਰ 'ਤੇ ਤੂੰ ਨਹੀਂ ਸੀ ਆ ਸਕਣਾ। ਹੁਣ ਜਿਹੜੀ ਜੋਤ ਤੇਰੇ ਅੰਦਰ ਟਿਕੀ ਸੀਗੀ, ਉਸ ਜੋਤ ਦੀ ਸਹਾਇਤਾ ਦੇ ਨਾਲ ਤੂੰ ਕੁਝ ਦੇਖਣਾ ਸੀ। ਅਤੇ ਜਿਹੜੀ ਚੀਜ਼ ਤੂੰ ਜੋਤ ਦੀ ਸਹਾਇਤਾ ਦੇ ਨਾਲ ਦੇਖਣੀ ਸੀ, ਜੇਕਰ ਤੂੰ ਉਹ ਦੇਖ ਨਹੀਂ ਪਾਇਆ ਤਾਂ ਅੰਦਰ ਜਗੀ ਹੋਈ ਜੋਤ ਦਾ ਕੋਈ ਭਾਵ ਨਹੀਂ ਬਣਦਾ। ਜਿਸ ਤਰ੍ਹਾਂ ਇੱਕ ਸੌਖੀ ਜਿਹੀ ਵਾਰਤਾ ਤੁਸੀਂ ਸ਼ਾਇਦ ਰਾਬੀਆ ਦੀ ਸੁਣੀ ਹੋਵੇ। ਇਸਲਾਮਿਕ ਜਗਤ ਦੀ ਬਹੁਤ ਮਕਬੂਲ ਜਿਹੜੀ ਹੈਗੀ ਹੈ, ਇਸਲਾਮਿਕ ਤੰਤਰ ਦੇ ਵਿੱਚੋਂ ਕਹਾਣੀ ਹੈ, ਤਿਲਸਮੀ ਕਹਾਣੀਆਂ ਦੇ ਵਿੱਚੋਂ। ਵੈਸੇ ਤਾਂ ਇਹਨੂੰ ਪੰਜਾਬੀ ਦੇ ਵਿੱਚ ਵੀ ਪੰਜਾਬੀ ਕਹਾਣੀਕਾਰਾਂ ਨੇ
ਜਿਹੜਾ ਪੰਜਾਬੀ ਸਿਲੇਬਸ ਆ ਉਹਦੇ ਵਿੱਚ ਵੀ ਦਰਜ ਕੀਤਾ ਵਾ। ਗਵਾਚੀ ਸੂਈ ਇੱਕ ਕਹਾਣੀ ਦਰਜ ਕੀਤੀ ਪੁਰਾਣੇ ਸਮਿਆਂ ਦੇ ਵਿੱਚ। ਹੁਣ ਉਹ ਸਿਲੇਬਸ ਦੇ ਵਿੱਚ ਦਰਜ ਹੈ, ਉਹ ਕਿਸੇ ਹੋਰ ਭਾਵ ਦੇ ਵਿੱਚ ਦਰਜ ਕੀਤੀ ਗਈ ਹੈ, ਪਰ ਉਹਦੀ ਜਿਹੜੀ ਭਾਵ ਅਰਥ ਲਗਭਗ ਉਹੋ ਜਿਹੇ ਨੇ, ਇੱਕੋ ਜਿਹੇ। ਰਾਬੀਆ ਅਸਲ ਦੇ ਵਿੱਚ ਇਸਲਾਮਿਕ ਜਗਤ ਦੇ ਵਿੱਚ ਚੌਥੇ ਨੰਬਰ 'ਤੇ ਜਨਮ ਲੈਣ ਵਾਲੀ ਬੱਚੀ ਨੂੰ ਕਿਹਾ ਜਾਂਦਾ ਹੈਗਾ। ਬੜੀ ਮਕਬੂਲ ਫਕੀਰ ਸੀ। ਇਹਦੇ ਬਾਰੇ ਹਰ ਇੱਕ ਦੁਨੀਆ ਦੇ ਸਕਾਲਰ ਫਿਲਾਸਫਰ ਲੋਕਾਂ ਨੇ ਗੱਲ ਕੀਤੀ। ਕਹਿੰਦੇ ਇੱਕ ਦਿਨ ਕੁਝ ਲੋਕ ਲੰਘ ਰਹੇ ਨੇ ਇੱਕ ਰਸਤੇ ਤੋਂ, ਅਤੇ ਇਹ ਰਸਤੇ ਦੇ ਵਿੱਚ ਮਿੱਟੀ ਛਾਣ ਰਹੀ ਹੈ। ਬਹੁਤ ਸਿਆਣੀ ਸੀ, ਬਹੁਤ ਵਿਦਵਾਨ ਸੀ, ਅਧਿਆਤਮੀ ਰੂਪ ਦੇ ਵਿੱਚ ਬੜਾ ਉੱਚਾ ਸੁੱਚਾ ਜੀਵਨ ਸੀ ਇਸ ਦਾ। ਪੁੱਛਣ ਵਾਲਿਆਂ ਨੇ ਫਿਰ ਸਵਾਲ ਕੀਤਾ, ਕਹਿਣ ਲੱਗੇ, ਰਾਬੀਆ ਤੂੰ ਕਿਆ ਕਰ ਰਹੀ ਹੈ ਰਸਤੇ ਦੇ ਉੱਤੇ? ਅਤੇ ਰਾਬੀਆ ਦਾ ਅੱਗੋਂ ਜਵਾਬ ਸੀ, ਕਹਿਣ ਲੱਗੀ, ਮੇਰੀ ਨਾ ਅਸਲ ਦੇ ਵਿੱਚ ਸੂਈ ਗਵਾਚ ਗਈ ਹੈ ਅਤੇ ਮੈਂ ਸੂਈ ਨੂੰ ਨਾ ਬਾਹਰ ਲੱਭ ਰਹੀ ਹਾਂ। ਇਸ ਰਸਤੇ 'ਤੇ ਮਿੱਟੀ ਦੇ ਵਿੱਚ ਯਤਨ ਕਰ ਰਹੀ ਹਾਂ ਲੱਭਣ ਦਾ। ਉਹ ਕਹਿੰਦੇ ਸੂਈ ਗਵਾਚੀ ਕਿੱਥੇ ਹੈ? 2-4 ਬੰਦੇ ਸਹਾਇਤਾ ਕਰਨ ਵਾਸਤੇ ਲੱਭਣ ਵਾਸਤੇ ਵੀ ਯਤਨਸ਼ੀਲ ਹੋ ਗਏ, ਕਿਉਂਕਿ ਉਦੋਂ ਹਰ ਇੱਕ ਚੀਜ਼ ਦੀ ਨਾ ਬੜੀ ਅਹਿਮੀਅਤ ਸੀਗੀ। ਅੱਜ ਦੇ ਸਮੇਂ ਹੋਵੇ ਤਾਂ ਆਪਾਂ ਕਹਾਂਗੇ ਹੈ ਤਾਂ ਸੂਈ ਨਾ, ਕੋਈ ਨਹੀਂ ਹੋਰ ਖਰੀਦ ਲਾਂਗੇ। ਉਦੋਂ ਹਰ ਇੱਕ ਚੀਜ਼ ਹੱਥੀਂ ਤਿਆਰ ਕੀਤੀ ਜਾਂਦੀ ਸੀ, ਬੜੀਆਂ ਸਕਿੱਲ ਦੇ ਨਾਲ ਇਹ ਚੀਜ਼ਾਂ ਬਣਦੀਆਂ ਸਨ, ਅਤੇ ਖਾਸ ਕਰਕੇ ਜਿੰਨੀਆਂ ਛੋਟੀਆਂ ਚੀਜ਼ਾਂ ਸਨ ਉਹਨਾਂ ਦੇ ਉੱਤੇ ਸਕਿੱਲ ਬਹੁਤ ਜ਼ਿਆਦਾ ਜਿਹੜੀ ਹੈਗੀ ਆ ਉਹ ਖਰਚ ਹੁੰਦੀ ਸੀਗੀ, ਬਹੁਤ ਜ਼ਿਆਦਾ ਮਿਹਨਤ ਲੱਗਦੀ ਸੀਗੀ। ਤਾਂ ਜਿੰਨੀ ਬਰੀਕ ਚੀਜ਼ ਹੁੰਦੀ ਸੀ ਫਿਰ ਉਹਦੀ ਕੀਮਤ ਉਨੀ ਵੱਧ, ਕਿਉਂਕਿ ਜਦੋਂ ਕਿਸੇ ਚੀਜ਼ ਨੂੰ ਅਸੀਂ ਨਾ ਸੰਭਾਲਦੇ ਉਦੋਂ ਹੈ ਜਦੋਂ ਕਿਸੇ ਚੀਜ਼ ਦੇ ਬਾਰੇ ਸਾਨੂੰ ਪਤਾ ਲੱਗਦਾ ਦੀ ਘਾੜਤ ਕਿੰਨੀ ਮਿਹਨਤ ਨਾਲ ਘੜੀ ਗਈ ਹੈ। ਥੋੜ੍ਹਾ ਜਿਹਾ ਮੈਂ ਵਿਚਕਾਰ ਦੀ ਗੱਲ ਨਿਕਲ ਕੇ ਕਰਾਂ। ਜਦੋਂ ਕਿਸੇ ਚੀਜ਼ ਦਾ ਸਾਨੂੰ ਪਤਾ ਲੱਗਦਾ ਨਾ ਇਹਦੀ ਘਾੜਤ ਕਿੰਨੀ ਮੁਸ਼ਕਿਲ ਨਾਲ ਘੜੀ ਗਈ ਹੈ, ਅਸੀਂ ਉਸ ਚੀਜ਼ ਨੂੰ ਓਨੀ ਹੀ ਤਰੱਦਦ ਦੇ ਨਾਲ, ਓਨੀ ਹੀ ਮੁਸ਼ੱਕਤ ਦੇ ਨਾਲ ਸੰਭਾਲਾਂਗੇ। ਜਦੋਂ ਕਿਸੇ ਚੀਜ਼ ਦੇ ਪਿੱਛੇ ਬਣਨ ਵਾਲੀ ਮੁਸ਼ੱਕਤ ਦਾ ਸਾਨੂੰ ਪਤਾ ਨਹੀਂ ਲੱਗਦਾ, ਅਸੀਂ ਉਸ ਨੂੰ ਸੰਭਾਲਣ ਦੇ ਵਿੱਚ ਓਨੀ ਤਰੱਦਦ ਨਹੀਂ ਕਰਦੇ, ਓਨਾ ਯਤਨ ਨਹੀਂ ਕਰਦੇ। ਬਸ ਇਹੀ ਅੱਜ ਦੇ ਸਮੇਂ ਦੇ ਵਿੱਚ ਆਹ ਚੀਜ਼ਾਂ ਸਾਰੀਆਂ ਹੋ ਰਹੀਆਂ, ਕਿਉਂਕਿ ਸਕਿੱਲਡ ਸਿਸਟਮ ਜਿਹੜਾ ਹੈਗਾ ਉਹ ਟੋਟਲੀ ਜਿਹੜਾ ਹੈਗਾ ਲੈਕ ਆਫ ਹੋ ਗਿਆ ਹੈਗਾ। ਮਿਹਨਤ ਜਿਹੜੀ ਹੈਗੀ ਉਹ ਬੰਦ ਹੋ ਗਈ, ਮਸ਼ੀਨੀ ਯੁੱਗ ਆ ਗਿਆ ਅਤੇ ਹੱਥਾਂ ਦੀ ਮਿਹਨਤ ਸਾਨੂੰ ਦਿਖਾਈ ਨਹੀਂ ਦਿੰਦੇ। ਇਸੇ ਕਰਕੇ ਪਦਾਰਥ ਜਿਹੜੇ ਨੇ ਅਸੀਂ ਇਹ ਸਮਝਦੇ ਹਾਂ ਵੀ ਜਿਹੜੇ ਟੁੱਟ ਗਿਆ ਹੈਗਾ ਉਹਨੂੰ ਦੁਬਾਰਾ ਰੀਸਾਈਕਲ ਕੀਤਾ ਜਾ ਸਕਦਾ, ਜਾਂ ਇਸ ਤਰ੍ਹਾਂ ਸੋਚਦੇ। ਪਰ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਤੂੰ ਇੱਕ ਗੱਲ ਦਾ ਖਿਆਲ ਰੱਖੀ, ਸੰਸਾਰਕ ਪਦਾਰਥ ਰੀਸਾਈਕਲ ਹੋ ਸਕਦੇ, ਪਰ ਜਿਹੜਾ ਤੇਰਾ ਮਨੁੱਖਾ ਜਨਮ ਹੈ ਇਹਦੇ 'ਤੇ ਬੜੀ ਮੁਸ਼ੱਕਤ ਲੱਗੀ ਇਸ ਨੂੰ ਘਾਲਣ 'ਤੇ, ਇਸ ਨੂੰ ਜਿਹੜਾ ਹੈਗਾ ਉਪਜਣ ਦੇ ਉੱਤੇ। ਇਹ ਇਸੇ ਤਰ੍ਹਾਂ ਨਹੀਂ ਨਿੰਮਿਆ, ਇਸੇ ਤਰ੍ਹਾਂ ਨਹੀਂ ਉਪਜ ਗਿਆ, ਇਹਦੇ 'ਤੇ ਬੜੀ ਮੁਸ਼ੱਕਤ, ਬੜੀ ਘਾਲਣਾ ਹੋਈ ਹੈ ਪਿੱਛੇ। ਅਤੇ ਸਤਿਗੁਰੂ ਪਾਤਸ਼ਾਹ ਜੀ ਪਾਵਨ ਬਾਣੀ ਵਿੱਚ ਥਾਂ ਥਾਂ 'ਤੇ ਬਾਣੀ ਨੂੰ ਇਸ ਰੂਪ ਦੇ ਵਿੱਚ ਸਮਝੋ। ਜਦੋਂ ਇੱਕ ਇੱਕ ਪੰਕਤੀ ਦੇ ਉੱਤੇ ਧਿਆਨ ਦੇਵਾਂਗੇ ਨਾ, ਐਨਫੀਸਾਈਜ਼ ਕਰਾਂਗੇ, ਤਾਂ ਫਿਰ ਪਤਾ ਲੱਗੇਗਾ। 184 ਭ੍ਰਮਤਿਆਂ ਦੁਰਲਭ ਜਨਮ ਪਾਇਓ ਏ, ਨਾਨਕ ਨਾਮ ਸੰਭਾਲ ਤੂੰ ਤੇਰਾ 100 ਦਿਨ ਨੇੜਾ ਆਇਓ ਏ। ਸਾਹਿਬ ਪਾਤਸ਼ਾਹ ਕਹਿੰਦੇ ਨੇ 184 ਜੋ ਨ ਪਾਈ, ਮਾਨਸ ਕੋ ਪ੍ਰਭ ਦੀ ਵਡਿਆਈ। ਫਿਰ ਸਾਹਿਬ ਪਾਤਸ਼ਾਹ ਕਹਿੰਦੇ ਨੇ ਕਿ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੰਬਾਰ, ਜਿਉਂ ਬਨ ਫਲ ਪਾਕੇ ਭੋਏ ਗਿਰੇ, ਬੌਰ ਨਾ ਲਾਗੇ ਡਾਰ। ਆਹ ਮਨੁੱਖਾ ਜਨਮ ਦੀ ਅਹਿਮੀਅਤ ਹੈ। ਸਾਹਿਬ ਪਾਤਸ਼ਾਹ ਕਹਿੰਦੇ ਜਦੋਂ ਇਸ ਤਰ੍ਹਾਂ ਸਮਝੇਗਾ ਇਸ ਮਨੁੱਖਾ ਜਨਮ ਨੂੰ, ਤੇ ਫਿਰ ਤੂੰ ਇਸ ਦੀ ਸੰਭਾਲ ਕਰਨ ਬਾਰੇ ਸੋਚੇਗਾ ਕਿ ਕਿੰਨੀ ਮਿਹਨਤ ਦੇ ਨਾਲ ਇਹ ਮਨੁੱਖਾ ਜਨਮ, ਕਿੰਨੀ ਘਾਲਣਾ, ਕਿੰਨੀ ਮੁਸ਼ੱਕਤ ਕਾਇਨਾਤ ਦੀ ਲੱਗੀ ਹੈ ਇਸ ਮਨੁੱਖਾ ਜਨਮ ਨੂੰ ਘੜਨ ਦੇ ਵਿੱਚ। ਕਿਉਂਕਿ ਪੂਰੀ ਦੀ ਪੂਰੀ ਕਾਇਨਾਤ ਲੱਗੀ ਹੋਈ ਹੈ ਨਾ ਕਿਸੇ ਕੰਮ ਦੇ ਉੱਤੇ, ਅਤੇ ਉਹਨਾਂ ਕੰਮਾਂ ਦੇ ਵਿੱਚੋਂ ਇੱਕ ਕੰਮ ਇਹ ਵੀ ਸੀ ਕਿ ਤੇਰਾ ਮਨੁੱਖਾ ਜਨਮ, ਉਸੇ ਦੇ ਵਿੱਚੋਂ ਇਹ ਸਟਰਕਚਰ ਸਾਰੇ ਦਾ ਸਾਰਾ ਬਿਲਡ ਹੋਇਆ ਖਰ। ਹੁਣ ਉਹ ਮਾਂ ਹੈਗੀ ਜਿਹੜੀ ਰਾਬੀਆ, ਉਹ ਨਾ ਥੋੜ੍ਹੀ ਬਹੁਤੀ ਮੁਸ਼ੱਕਤ ਜਿਹੜੀ ਹੈਗੀ ਰੇਤਾ ਛਾਣ ਰਹੀ ਹੈ, ਤਾਂ ਉਹ ਦੇਖਣ ਵਾਲੇ ਵੀ ਕਹਿੰਦੇ ਨੇ, ਉਹ ਕਹਿੰਦੇ ਵੀ ਸੂਈ ਹੈ ਅਕਸਰ। ਫਿਰ ਵੀ ਦੇਖੋ, ਮੈਂ ਫਿਰ ਬੇਨਤੀ ਕਰਾਂ ਵੀ ਇੱਕ ਸੂਈ ਤੱਕ ਦੇ ਉੱਤੇ ਵੀ ਬਹੁਤ ਸਕਿੱਲ ਲੱਗਦੀ ਸੀ, ਬਹੁਤ ਮਿਹਨਤ ਲੱਗਦੀ ਸੀ, ਇਸ ਕਰਕੇ ਉਹਨੂੰ ਸੰਭਾਲਿਆ ਜਾਂਦਾ ਸੀ। ਤਾਂ ਉਹ ਜਿਹੜਾ ਹੈਗਾ ਉਹ ਸੂਈ ਨੂੰ ਫਿਰ ਉਹ ਲੱਭਣ ਵਾਸਤੇ ਕੁਝ ਲੋਕ ਉਹਦਾ ਸਾਥ ਦਿੰਦੇ। ਮੈਂ ਇੱਕ ਵਿਚਕਾਰ ਦੀ ਹੋਰ ਗੱਲ ਮੇਰੇ ਚੇਤੇ ਆ ਗਈ। ਤੁਸੀਂ ਜਦੋਂ ਆਪਣੇ ਬੱਚਿਆਂ ਨੂੰ ਜਿਹੜਾ ਹੈਗਾ ਪਾਲਦੇ ਹੋ, ਪ੍ਰੈਪਰੇਸ਼ਨ ਦੇ ਰਹੇ ਹੋ, ਪ੍ਰਪੇਅਰ ਕਰ ਰਹੇ ਹੋ, ਵੱਡਾ ਕਰ ਰਹੇ ਹੋ, ਉਹਨਾਂ ਦੀ ਜਿਹੜਾ ਹੈਗਾ ਤੁਸੀਂ ਕੇਅਰ ਕਰ ਰਹੇ ਹੋ, ਉਸ ਵਕਤ ਇੱਕ ਗੱਲ ਦਾ ਖਿਆਲ ਜ਼ਰੂਰ ਰੱਖਿਓ, ਉਹਨਾਂ ਨੂੰ ਜ਼ਰੂਰ ਦੱਸਿਓ ਕਿ ਜਿਸ ਰੁਤਬੇ ਦੇ ਉੱਤੇ, ਜਿਸ ਅਹੁਦੇ ਦੇ ਉੱਤੇ ਆਪਾਂ ਬੈਠੇ ਹਾਂ, ਇਸ ਤੋਂ ਪਹਿਲਾਂ ਆਪਾਂ ਇਸ ਤਰ੍ਹਾਂ ਦੇ ਨਹੀਂ ਸੀਗੇ।
ਇੱਥੇ ਪਹੁੰਚਣ ਤੱਕ ਬਹੁਤ ਮੁਸ਼ੱਕਤ ਲੱਗੀ ਹੈ, ਬਹੁਤ ਮਿਹਨਤ ਲੱਗੀ ਹੈ। ਜਦੋਂ ਉਹਨਾਂ ਨੂੰ ਤੁਸੀਂ ਨਵੀਆਂ ਨਵੀਆਂ ਸਹੂਲਤਾਂ ਜਿਹੜਾ ਹੈਗਾ ਉਹਨਾਂ ਨੂੰ ਫੈਸਿਲਿਟੀਜ਼ ਜਦੋਂ ਉਹਨਾਂ ਵਾਸਤੇ ਮੁਹੱਈਆ ਕਰਵਾਉਂਦੇ ਹੋ ਤਾਂ ਉਦੋਂ ਉਹਨਾਂ ਨੂੰ ਜ਼ਰੂਰ ਇੰਨਾ ਕੁ ਦੱਸਣ ਦਾ ਯਤਨ ਕਰਿਓ ਜਿਹੜੀਆਂ ਸਹੂਲਤਾਂ ਮਿਲ ਰਹੀਆਂ ਨੇ, ਇਹਨਾਂ ਸਹੂਲਤਾਂ ਨੂੰ ਪ੍ਰਾਪਤ ਕਰਨ ਵਾਸਤੇ ਅਸੀਂ ਬਹੁਤ ਮੁਸ਼ੱਕਤ ਕਰ ਲਈ ਹੈ। ਇਹਦੇ ਪਿੱਛੇ ਬਹੁਤ ਸਾਡੀ ਕੰਟਰੀਬਿਊਸ਼ਨ ਬਹੁਤ ਜ਼ਿਆਦਾ ਹੈ। ਇਹਦੇ ਵਿੱਚ ਅਸੀਂ ਬਹੁਤ ਕੁਝ ਕੰਟਰੀਬਿਊਟ ਕੀਤਾ, ਆਪਣਾ ਟਾਈਮ ਕੰਟਰੀਬਿਊਟ ਕੀਤਾ ਹੈ। ਇਹਦੇ ਵਿੱਚ ਅਸੀਂ ਆਪਣੇ ਰਿਸ਼ਤੇ ਗਵਾਏ ਨੇ, ਇਹਦੇ ਵਿੱਚ ਅਸੀਂ ਆਪਣਾ ਜੀਵਨ ਦਾ ਬਹੁਤ ਸਾਰਾ ਜਿਹੜਾ ਹੈਗਾ ਐਨਰਜੀ ਜਿਹੜੀ ਹੈਗੀ ਇਹਦੇ 'ਚ ਖਰਚੀ ਹੈ। ਫਿਰ ਜਿਹੜੀਆਂ ਚੀਜ਼ਾਂ ਤੁਸੀਂ ਆਪਣੇ ਬੱਚਿਆਂ ਨੂੰ ਬਣਾ ਕੇ ਦਿਓਗੇ ਘੱਟੋ ਘੱਟ ਉਹ ਸੰਭਾਲਣਗੇ। ਤੁਸੀਂ ਆਪਣੇ ਇਤਿਹਾਸ ਹਿਸਟਰੀ ਨੂੰ ਜਦੋਂ ਗੁਰਦੁਆਰਾ ਸਾਹਿਬ ਲੈ ਕੇ ਜਾਂਦੇ ਹੋ ਤਾਂ ਜ਼ਰੂਰ ਆਪਣੇ ਬੱਚਿਆਂ ਨੂੰ ਇਹ ਦੱਸੋ ਇਹ ਇਸੇ ਤਰ੍ਹਾਂ ਨਹੀਂ ਬਣ ਗਈਆਂ ਇਮਾਰਤਾਂ, ਕੋਈ ਇਹ ਨਹੀਂ ਹੈਗਾ। ਕਿਉਂਕਿ ਅਸੀਂ ਅੱਜ ਚੀਜ਼ਾਂ ਬਣਦੀਆਂ ਦੇਖਦੇ ਨਾ ਤੇ ਅਸੀਂ ਕੇਵਲ ਇਹ ਦੇਖਦੇ ਵੀ ਗੁਰਦੁਆਰਾ ਸਾਹਿਬ ਬਣ ਰਿਹਾ ਤੇ ਬਣ ਰਿਹਾ ਹੈਗਾ ਭਾਈ ਨਗਰ ਨੇ ਹਜ਼ਾਰ ਰੁਪਈਆ ਜਾਂ 10 ਹਜ਼ਾਰ ਰੁਪਈਆ ਪ੍ਰਤੀ ਘਰ ਨੂੰ ਪਾ ਕੇ ਪੈਸਾ ਇਕੱਠਾ ਕੀਤਾ ਤੇ ਗੁਰਦੁਆਰਾ ਬਣਾ ਦਿੱਤਾ। ਨਹੀਂ, ਇਹਨੂੰ ਇਸ ਤਰ੍ਹਾਂ ਨਾ ਦੇਖੋ। ਇਹਨੂੰ ਇਹ ਦੇਖੋ ਕਿ ਇਹਦੇ ਪਿੱਛੇ ਪੈਸਾ ਜਿਹੜਾ ਖਰਚ ਹੋਇਆ, ਪੈਸਾ ਤਾਂ ਕੇਵਲ ਇੱਕ ਸਮੇਂ ਦੀ ਜਿਹੜੀ ਹੈਗੀ ਹੈ ਉਹ ਮਟੀਰੀਅਲ ਖਰੀਦਣ ਵਾਸਤੇ ਜਿਹੜਾ ਹੈਗਾ ਪਦਾਰਥਾਂ ਨੂੰ ਖਰੀਦਣ ਵਾਸਤੇ ਉਹ ਚੀਜ਼ ਸੀਗੀ, ਪਰ ਇਹਦੇ ਪਿੱਛੇ ਜਿਹੜੀ ਕੌਮ ਦੀ ਘਾਲਣਾ ਹੈ ਉਹ ਕਿੰਨੀ ਕਿਵੇਂ ਇੱਕ ਦਿਨ ਦੇ ਵਿੱਚ 50 ਹਜ਼ਾਰ ਸਿਰ ਲੱਗੇ ਨੇ ਇਹਦੇ ਪਿੱਛੇ। ਤੁਸੀਂ ਘੱਲੂਘਾਰਿਆਂ ਬਾਰੇ ਦੱਸੋ ਆਪਣੇ ਬੱਚਿਆਂ ਨੂੰ, ਕਿਵੇਂ ਘੱਲੂਘਾਰੇ ਵਾਪਰਤ ਹੁੰਦੇ ਰਹੇ, ਕਿਵੇਂ ਸਿਰ ਜਿਹੜੇ ਨੇ, ਕਿਵੇਂ ਇੱਥੇ ਖੂਨ ਦੀਆਂ ਨਦੀਆਂ ਵਗਦੀਆਂ ਰਹੀਆਂ, ਫਿਰ ਕਿਤੇ ਜਾ ਕੇ ਇਹਨਾਂ ਗੁਰਦੁਆਰਿਆਂ ਦੀਆਂ ਨੀਹਾਂ ਟਿਕੀਆਂ ਨੇ। ਹਰ ਇੱਕ ਗੁਰਦੁਆਰੇ ਦੀ ਨੀਂਹ ਐਵੇਂ ਨਹੀਂ ਬਣ ਗਏ, ਤੁਸੀਂ ਕੇਵਲ ਇਮਾਰਤਾਂ ਉਸਾਰ ਰਹੇ ਹੋ। ਗੁਰਦੁਆਰਾ ਬਣਨ ਵਾਸਤੇ ਤਾਂ ਬਹੁਤ ਸਮਾਂ ਲੱਗਿਆ ਹੈਗਾ। ਇਮਾਰਤ ਬਣਾਉਣ ਵਾਸਤੇ ਅਸੀਂ ਕਹਿ ਦਿੰਦੇ 10 ਸਾਲ ਲੱਗ ਗਏ, 20 ਸਾਲ ਲੱਗ ਗਏ। ਉਹ ਜਿਹੜਾ ਸਮਾਂ ਹੈਗਾ ਉਹ ਕੇਵਲ ਤੇ ਕੇਵਲ ਉਸ ਸਟਰਕਚਰ ਨੂੰ ਖੜਾ ਕਰਨ ਵਾਸਤੇ ਲੱਗਿਆ ਹੈਗਾ, ਬਿਲਡ ਕਰਨ ਵਾਸਤੇ। ਪਰ ਗੁਰਦੁਆਰੇ ਦਾ ਰੂਪ ਦੇਣ ਵਾਸਤੇ, ਉਹ ਰੂਪ ਨੂੰ ਅਸੀਂ ਪ੍ਰਾਪਤ ਜਦੋਂ ਕੀਤਾ ਹੈਗਾ, ਉਹ ਸਾਨੂੰ ਸੈਂਕੜੇ ਸਾਲ ਲੱਗ ਗਏ ਨੇ। ਉਹਨਾਂ ਸੈਂਕੜੇ ਸਾਲਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਪਾਵਨ ਚਰਨਾਂ ਦੇ ਵਿੱਚ ਪਈਆਂ ਹੋਈਆਂ ਉਹ ਵਿਆਈਆਂ ਵੀ ਦਿਖਾਓ ਕਿ ਕਿਸ ਤਰ੍ਹਾਂ ਉਹਨਾਂ ਦੇ ਚਰਨਾਂ ਦੇ ਵਿੱਚ ਜਿਹੜਾ ਹੈਗਾ ਉਹ ਚਲਦਿਆਂ ਉਹਨਾਂ ਦੇ ਚਰਨਾਂ 'ਚੋਂ ਖੂਨ ਸਿੰਮਦਾ ਸੀਗਾ। ਕਿਸ ਤਰ੍ਹਾਂ ਭਾਈ ਗੁਰਦਾਸ ਜੀ ਜਦੋਂ ਦੱਸਦੇ, ਕਹਿੰਦੇ ਰੇਤ ਅੱਕ ਆਹਾਰ ਕਰ ਰੋੜਾਂ ਦੀ ਗੁਰ ਕਰੀ ਵਿਛਾਈ, ਰੋੜਾਂ ਦੀਆਂ ਵਿਛਾਈਆਂ ਤੇ ਗੁਰੂ ਨਾਨਕ ਪਿਤਾ ਸੌਂਦੇ ਰਹੇ। ਗੁਰੂ ਅੰਗਦ ਦੇਵ ਸਾਹਿਬ ਪਾਤਸ਼ਾਹ ਦੀ ਘਾਲਣਾ 7 ਸਾਲ ਦੀ ਉਹ ਘਾਲਣਾ, ਜਿਹੜੀ ਘਾਲਣਾ ਵਿੱਚ ਗੁਰੂ ਅੰਗਦ ਦੇਵ ਸਾਹਿਬ ਪਾਤਸ਼ਾਹ ਸੇਵਾ ਰੂਪ ਦੇ ਵਿੱਚ ਆਉਂਦੇ, ਭਾਈ ਲਹਿਣੇ ਦੇ ਰੂਪ ਦੇ ਵਿੱਚ ਸੇਵਾ ਕਰਦੇ, ਤੇ ਫਿਰ ਗੁਰੂ ਅੰਗਦ ਦੇਵ ਸਾਹਿਬ ਪਾਤਸ਼ਾਹ ਦੀ ਉਸ ਤੋਂ ਉਪਰੰਤ ਦੀ ਘਾਲਣਾ, ਜਿਹਦੇ ਵਿੱਚ ਕਹਿ ਬਲਵੰਡ ਖੀਵੀ ਨੇਕ ਜਨ ਬਹੁਤ ਹੀ ਛਾਉ ਪਤਰਾਲੀ, ਲੰਗਰ ਦੌਲਤ ਵੰਡੀ ਹੈ ਲਸ ਅੰਮ੍ਰਿਤ ਖੀਰ ਕਿਆਲੀ, ਉਹ ਗੁਰੂ ਗ੍ਰੰਥ ਸਾਹਿਬ 'ਚ ਦੱਸੋ। ਗੁਰੂ ਅਮਰਦਾਸ ਜੀ ਦੀ ਘਾਲਣਾ ਗਾਗਰ ਚੱਕ ਕੇ ਮੋਢਿਆਂ ਤੇ ਢੋਂਦੇ। ਗੁਰੂ ਰਾਮਦਾਸ ਜੀ ਦੀ ਘਾਲਣਾ ਸਿਰ ਦੇ ਉੱਤੇ ਗਾਰੇ ਦੀਆਂ ਟੋਕਰੀਆਂ ਜਿਹੜੀਆਂ ਨੇ ਰੱਖ ਕੇ ਬੌਲੀ ਸਾਹਿਬ ਜਿਹੜਾ ਹੈਗਾ ਉਸਰਦੇ। ਗੁਰੂ ਅਰਜਨ ਦੇਵ ਜੀ ਦਾ ਤੱਤੀ ਤਵੀ ਤੇ ਬੈਠਾ ਹੋਇਆ ਉਹ ਸਰੂਪ। ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੀ ਜਿਹੜਾ ਹੈਗਾ ਇਸ ਕੌਮ ਨੂੰ ਮੀਰੀ ਤੇ ਪੀਰੀ ਦੇ ਸਿਧਾਂਤ ਦੀ ਬਖਸ਼ਿਸ਼। ਗੁਰੂ ਹਰਰਾਏ ਸਾਹਿਬ ਪਾਤਸ਼ਾਹ ਦੀ ਅਜ਼ਰ ਜ਼ਰਨ ਦੀ ਜਿਹੜੀ ਸਮਰੱਥਾ। ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਬਾਲਾ ਪ੍ਰੀਤਮ ਸਤਿਗੁਰਾਂ ਦੀ ਉਹ ਸਖਤ ਘਾਲਣਾ ਜਿਹੜੀ ਦਿੱਲੀ ਦੇ ਵਿੱਚ ਉਹ ਘਾਲਦੇ ਨੇ, ਗੂੰਗਿਆਂ ਦੇ ਸਿਰ ਤੇ ਛਟੀਆਂ ਰੱਖ ਕੇ ਕਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਆਭਾ, ਇਸ ਗੁਰੂ ਦੀ ਜਿਹੜਾ ਹੈਗਾ ਰੌਸ਼ਨੀ ਨੂੰ ਕਿਸ ਤਰ੍ਹਾਂ ਹਰ ਇੱਕ ਘਰ ਘਰ ਤੱਕ ਪਹੁੰਚਾਇਆ। ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਵੱਲ ਦੇਖੋ, ਦਿੱਲੀ ਦੇ ਚਾਂਦਨੀ ਚੌਂਕ ਵਿੱਚ ਸੀਸ ਦੀ ਕੁਰਬਾਨੀ। ਗੁਰੂ ਕਲਗੀਧਰ ਪਾਤਸ਼ਾਹ ਨੂੰ ਦੇਖੋ, ਜਦੋਂ ਆਪਣੇ ਪੁੱਤਰਾਂ ਨੂੰ ਕੁਰਬਾਨ ਕਰਕੇ ਕਹਿੰਦੇ ਕਿ ਚਾਰ ਮੂਏ ਤੋਂ ਕਿਆ ਭਇਆ ਜੀਵਤ ਕਈ ਹਜ਼ਾਰ। ਇਹ ਸਾਰੀ ਦੀ ਸਾਰੀ ਇਹ ਅਸਲ ਦੇ ਵਿੱਚ ਕਿਸੇ ਰੂਪ ਦੇ ਵਿੱਚ ਜਦੋਂ ਤੁਸੀਂ ਦੇਖੋਗੇ ਫਿਰ ਕਿਤੇ ਜਾ ਕੇ ਗੁਰਦੁਆਰੇ ਸਥਾਪਿਤ ਹੁੰਦੇ ਨੇ। ਗੁਰਦੁਆਰੇ ਐਵੇਂ ਨਹੀਂ ਸਥਾਪਿਤ ਹੋ ਗਏ, ਐਵੇਂ ਨਹੀਂ ਇਹ ਧਾਰਮਿਕ ਕੇਂਦਰ ਬਣ ਗਏ ਤੇ ਪੂਰੀ ਦੁਨੀਆ ਦੇ ਵਿੱਚ ਨਿਸ਼ਾਨ ਸਾਹਿਬ ਐਵੇਂ ਨਹੀਂ ਝੁੱਲ ਰਹੇ। ਜਿੰਨੀ ਉੱਚੀ ਕੋਈ ਚੀਜ਼ ਝੁੱਲਦੀ ਹੈ ਉਹਦੇ ਨੀਚੇ ਉਹਦੀ ਨੀਂਹ ਉਨੀ ਹੀ ਸਟਰੋਂਗ ਹੁੰਦੀ, ਉਨੀ ਤਗੜੀ ਹੁੰਦੀ ਹੈਗੀ, ਉਹਦੀ ਫਾਊਂਡੇਸ਼ਨ ਬਹੁਤ ਤਗੜੀ ਹੁੰਦੀ ਹੈ। ਨਿਸ਼ਾਨ ਸਾਹਿਬ 100 200 ਫੁੱਟ ਐਵੇਂ ਨਹੀਂ ਝੁੱਲ ਰਹੇ, ਉਹਨਾਂ ਦੀਆਂ ਨੀਹਾਂ ਦੇ ਥੱਲੇ ਹਜ਼ਾਰਾਂ ਦੀ ਗਿਣਤੀ 'ਚ ਸੀਸ ਪਏ ਨੇ। ਕਹਿਣ ਦਾ ਭਾਵ ਕਿਸੇ ਚੀਜ਼ ਦੀ ਕੀਮਤ ਉਦੋਂ ਬਣਦੀ ਜਦੋਂ ਉਹਦੇ ਪਿੱਛੇ ਕੋਈ ਨਾ ਕੋਈ ਸਕਿੱਲ, ਕੋਈ ਘਾਲਣਾ ਹੁੰਦੀ। ਤੇ ਜਦੋਂ ਤੁਸੀਂ ਕਿਸੇ ਚੀਜ਼ ਦੀ ਪਿਛਲੀ ਜਿਹੜੀ ਉਹਦੀ ਘਾਲਣਾ, ਜਿਹੜੀ ਲੋਕਾਂ ਦੀ ਕੀਤੀ ਹੋਈ ਕੰਟਰੀਬਿਊਸ਼ਨ, ਉਹਦੇ ਸੈਕਰੀਫਾਈਸਸ, ਉਹਦੇ ਤੇ ਕੀਤੀਆਂ ਹੋਈਆਂ ਕੁਰਬਾਨੀਆਂ, ਜਦੋਂ ਤੁਸੀਂ ਉਹਨਾਂ ਚੀਜ਼ਾਂ ਨੂੰ ਦੇਖਦੇ ਫਿਰ ਤੁਹਾਨੂੰ ਉਹਦੀ ਵੈਲਿਊ ਪਤਾ ਲੱਗਦੀ। ਪ੍ਰੋਫੈਸਰ ਪੂਰਨ ਸਿੰਘ ਵਰਗੇ, ਪ੍ਰੋਫੈਸਰ ਮੋਹਨ ਸਿੰਘ ਵਰਗਿਆਂ ਨੂੰ ਜਦੋਂ ਤੁਸੀਂ ਪੜ੍ਹੋਗੇ ਤੇ ਉਹ ਫਿਰ ਦੱਸਦੇ ਨੇ, ਉਹ ਕਹਿੰਦੇ ਕਿਹੜੇ ਢੰਗ ਦੇ ਨਾਲ ਸਿੱਖੀ ਦੇ ਬੂਟੇ ਪ੍ਰਫੁੱਲਤ ਹੋਏ ਨੇ। ਆਰੇ ਦੇ ਦੰਦਿਆਂ ਦੇ ਉੱਤੇ, ਚਰਖੜੀ ਦੇ ਤੰਬਿਆਂ ਦੇ ਉੱਤੇ, ਰੰਬਿਆਂ ਦੇ ਉੱਤੇ,
ਕਿਹੜੀਆਂ ਥਾਵਾਂ ਦੇ ਉੱਤੇ ਸਿੱਖੀ ਦੇ ਬੂਟੇ ਪ੍ਰਫੁੱਲਤ ਹੋਏ ਨੇ, ਕਿਵੇਂ ਇਹ ਬੂਟਾ ਪ੍ਰਫੁੱਲਤ ਹੋਇਆ, ਕਿੰਨੀਆਂ ਇਹਨੂੰ ਝੱਖੜ ਝੱਲਣੇ ਪਏ ਨੇ। ਤੇ ਫਿਰ ਕਿਤੇ ਜਾ ਕੇ ਅੱਜ ਜਿਹੜੇ ਗੁਰਦੁਆਰਾ ਸਾਹਿਬਾਨ 'ਚ ਅਸੀਂ ਬੈਠੇ ਹਾਂ, ਕਿਤੇ ਫਿਰ ਜਾ ਕੇ ਸਾਨੂੰ ਇਹ ਬੈਠਣਾ ਨਸੀਬ ਹੋਇਆ। ਕੋਈ ਐਸਾ ਸਮਾਂ ਸੀ ਅੱਜ ਜਿੱਥੇ ਬੈਠ ਕੇ ਤੁਸੀਂ ਕਈ ਵਾਰ ਇਸ ਤਰ੍ਹਾਂ ਦੀਆਂ ਗੱਲਾਂ ਚੱਲਦੀਆਂ ਨਾ ਕਿ ਬਹੁਤ ਲੋਕ ਕਹਿੰਦੇ ਵੀ ਜਿਵੇਂ ਸਾਡਾ ਅੱਜ ਸਾਡਾ ਪ੍ਰਚਾਰਕ ਵਰਗ ਹੈਗਾ, ਜਿਵੇਂ ਸਾਡੇ ਖਿੱਤੇ ਦੇ ਲੋਕ ਨੇ, ਇਸ ਫੀਲਡ ਦੇ ਲੋਕ ਉੱਠ ਕੇ ਕਹਿੰਦੇ ਵੀ ਦੇਖੋ ਵਾਹਿਗੁਰੂ ਸ਼ਬਦ ਮਕੈਨੀਕਲ ਰਿਪੀਟ ਹੈ, ਇਹ ਤਾਂ ਜੀ ਮਸ਼ੀਨੀ ਦੁਹਰਾਓ, ਇਹ ਨਾ ਜਪਿਆ ਕਰੋ, ਕੋਈ ਲੋੜ ਨਹੀਂ, ਮਨ ਕਰਕੇ ਬੰਦੇ ਦੇ ਅੰਦਰ ਸਿੱਖੀ ਹੋਣੀ ਚਾਹੀਦੀ ਹੈ। ਸਾਹਿਬ ਪਾਤਸ਼ਾਹ ਕਹਿੰਦੇ ਨੇ ਵਾਹਿਗੁਰੂ ਬੀਜ ਆ, ਸਤ ਸਾਚ ਸ਼੍ਰੀ ਨਿਵਾਸ ਆਦਿ ਪੁਰਖ ਸਦਾ ਤੂੰ ਹੀ। ਭੱਟ ਸਾਹਿਬਾਨ ਨੇ ਜਪਿਆ ਵਾਹਿਗੁਰੂ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਦਰਜ ਆ, ਸਤ ਸਾਚ ਸ਼੍ਰੀ ਨਿਵਾਸ ਆਦਿ ਪੁਰਖ ਸਦਾ ਤੂੰ ਹੀ, ਵਾਹਿਗੁਰੂ 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 ਵਾਹਿ ਜੀਓ। ਦੱਸ ਰਹੇ ਨੇ ਸਾਨੂੰ, ਹਾਂ ਇਸ ਤਰ੍ਹਾਂ ਜਪਿਆ ਜਾਂਦਾ ਹੈ। ਤੇ ਫਿਰ ਕੋਈ ਸਮਾਂ ਆਇਆ, ਅਸੀਂ ਅੱਜ ਇਹੋ ਜਿਹੀਆਂ ਗੱਲਾਂ ਕਰਦੇ ਨੇ, ਅਸੀਂ ਆਪ ਹੀ ਆਪਣੀ ਰਸਨਾ 'ਚੋਂ ਇਹ ਗੱਲਾਂ ਕਹਿ ਰਹੇ ਹਾਂ, ਆਪਣੀ ਜ਼ੁਬਾਨ 'ਚੋਂ ਕਹਿ ਰਹੇ ਹਾਂ ਵੀ ਵਾਹਿਗੁਰੂ ਨਹੀਂ ਜਪਣਾ ਜੀ, ਇਹ ਜਾਪ ਤਾਂ ਕੇਵਲ ਮਕੈਨੀਕਲ ਰਿਪੀਟ ਹੁੰਦਾ ਜੀ, ਇਸ ਤਰ੍ਹਾਂ ਦੀਆਂ ਗੱਲਾਂ। ਕੋਈ ਸਮਾਂ ਸੀਗਾ ਦੁਸ਼ਮਣ ਨੂੰ ਇਸ ਗੱਲ ਦਾ ਖਦਸ਼ਾ, ਇੱਕ ਡਰ ਵੀ ਰਿਹਾ, ਇੱਕ ਸਮਾਂ ਇਤਿਹਾਸ ਦਾ ਐਸਾ ਵੀ ਆਇਆ ਕਿ ਗੁੜ ਸ਼ਬਦ ਕਹਿਣ ਦੇ ਉੱਤੇ ਵੀ ਜਿਹੜਾ ਪਾਬੰਦੀ ਲਾ ਦਿੱਤੀ, ਕਹਿੰਦੇ ਗੁੜ ਸ਼ਬਦ ਕਿਤੇ ਜ਼ਬਾਨ ਫਿਸਲ ਕੇ ਗੁਰ ਨਾ ਮੂੰਹ 'ਚੋਂ ਨਿਕਲ ਜਾਵੇ। ਜਪਣ ਦੇ ਉੱਤੇ ਇੰਨਾ ਵੀ ਪਾਬੰਦੀ ਕਿ ਗੁਰ ਸ਼ਬਦ ਕਿਤੇ ਜ਼ਬਾਨ ਫਿਸਲ ਕੇ ਗੁੜ ਕਹਿੰਦਿਆਂ ਹੋਇਆਂ ਕਿਤੇ ਗੁਰ ਸ਼ਬਦ ਨਾ ਨਿਕਲ ਜਾਵੇ। ਗੁੜ ਨੂੰ ਵੀ ਰੋੜੀ ਕਹਿਣਾ ਸ਼ੁਰੂ ਕਰਤਾ, ਵੀ ਗੁੜ ਨਹੀਂ ਕਹਿਣਾ, ਰੋੜੀ ਦੇਖੋ। ਕਿਉਂਕਿ ਤੁਹਾਡੀ ਰਸਨਾ ਤੇ ਜੇ ਵਾਹਿਗੁਰੂ ਆਏਗਾ ਤੇ ਤੁਹਾਡੀ ਸੁਰਤ ਜਾਬੀ ਵਿੱਚ ਉਹ ਗੱਲਾਂ ਜਾਣਗੀਆਂ ਤੇ ਤੁਸੀਂ ਫਿਰ ਮਰੇ ਹੋਏ ਵੀ ਉੱਠ ਕੇ ਲੜਨ ਲਈ ਤਿਆਰ ਹੋ ਜਾਓਗੇ। ਵਾਹਿਗੁਰੂ ਗੁਰ ਮੰਤਰ ਹੈ ਜਪਾਂ ਮੇਂ ਕੋਈ। ਉਹ ਕਹਿੰਦੇ ਨੇ ਜਦੋਂ ਤੁਸੀਂ ਗੁਰ ਸ਼ਬਦ ਕਹੋਗੇ ਤੇ ਕਹਿਣ ਲੱਗੇ ਨਾਲ ਦੀ ਨਾਲ ਗੁਰੂ ਦੀ ਕਿਰਪਾ ਤੁਹਾਡੇ ਤੇ। ਜੇ ਗੁਰੂ ਦੀ ਕਿਰਪਾ ਤੁਹਾਡੇ ਤੇ ਹੋ ਗਈ ਤੇ ਫਿਰ ਗੁਰੂ ਦੀ ਕਿਰਪਾ ਦੇ ਨਾਲ ਸਵਾ ਰੱਖਣਾ ਇਕੱਲਾ ਵੀ ਲੜ ਸਕਦਾ। ਗੁਰੂ ਦੀ ਕਿਰਪਾ ਐਸੀ ਹੈ ਜਿਹੜੀ ਮੱਤੇ ਹੋਏ ਹਾਥੀਆਂ ਨੂੰ ਵੀ ਮੋੜ ਦਿੰਦੀ। ਗੁਰੂ ਦੀ ਕਿਰਪਾ ਐਸੀ ਹੈ ਜਿਹੜਾ ਹੈਗਾ ਮੌਤ ਨੂੰ ਵੀ ਘੂਰ ਕੇ ਡਰਾਉਣ ਦੀ ਸਮਰੱਥਾ ਬੰਦੇ ਦੇ ਅੰਦਰ ਪੈਦਾ ਕਰ ਦਿੰਦੀ। ਇਹ ਵੀ ਅਵਸਥਾ ਆਈ। ਤੇ ਅੱਜ ਅਸੀਂ ਇੱਥੇ ਸੌਖਿਆਂ ਬੈਠ ਕੇ ਕਿਤੇ ਕਈ ਵਾਰੀ 2 ਵਾਰੀ ਵਾਹਿਗੁਰੂ 4 ਵਾਰੀ ਕਹਿਣਾ ਪਵੇ ਤੇ ਅਸੀਂ ਅੱਕ ਜਾਂਦੇ ਹਾਂ। ਨਹੀਂ ਹੋਣਾ ਚਾਹੀਦਾ ਇਹਦੇ ਤੇ ਕਿੰਤੂ ਪਰੰਤੂ ਨਹੀਂ ਹੋਣਾ ਚਾਹੀਦਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਨੂੰ ਹਰ ਰੋਜ਼ ਦੱਸਦੀ, ਜਪ ਮਨ ਸਤਨਾਮ ਸਦਾ ਸਤਨਾਮ। ਸੁਖਮਨੀ ਸਾਹਿਬ ਦਾ ਪ੍ਰਚਲਨ ਤੁਹਾਡੇ ਹਰ ਇੱਕ ਘਰ ਦੇ ਵਿੱਚ ਅੱਜ ਹੋ ਰਿਹਾ ਹੈ। ਬਾਣੀ ਨੂੰ ਨਿਤਨੇਮ ਦੇ ਰੂਪ ਦੇ ਵਿੱਚ ਅਸੀਂ ਬਹੁਤ ਥਾਵਾਂ ਤੇ ਪੜ੍ਹਿਆ ਜਾ ਰਿਹਾ। ਤੇ ਅਸੀਂ ਸੁਖਮਨੀ ਸਾਹਿਬ ਦਾ ਪਹਿਲੀ ਪੰਕਤੀ ਪੜ੍ਹਦੇ, ਸਿਮਰੋ ਸਿਮਰ ਸਿਮਰ ਸੁਖ ਪਾਵੋ। ਸੁਖ ਦੀ ਪ੍ਰਾਪਤੀ ਕਰਨੀ ਤੇ ਸਿਮਰਨ ਕਰ। ਕਹਿਣ ਦਾ ਭਾਵ ਜਦੋਂ ਸਾਨੂੰ ਕਿਸੇ ਜਿਹੜੀ ਸਾਡੇ ਕੋਲ ਜਿਹੜੇ ਜੁੱਜ ਜਿਹੜੇ ਤੱਤ ਜਿਹੜੇ ਸਾਡੇ ਕੋਲ ਐਲੀਮੈਂਟਸ ਆ ਗਏ ਨੇ ਉਹਨਾਂ ਦੀ ਪ੍ਰਾਪਤੀ ਸਾਨੂੰ ਕਿਸ ਤਰ੍ਹਾਂ ਹੋਈ ਹੈ, ਜਦੋਂ ਸਾਨੂੰ ਉਹਦੇ ਪਿਛੋਕੜ ਬਾਰੇ, ਉਹਦੇ ਰੂਟਸ ਬਾਰੇ, ਉਹਦੀਆਂ ਜੜ੍ਹਾਂ ਬਾਰੇ, ਉਹਦੀ ਹਿਸਟਰੀ ਬਾਰੇ ਪਤਾ ਲੱਗੇਗਾ, ਫਿਰ ਅਸੀਂ ਉਹਨਾਂ ਨੂੰ ਸੰਭਾਲਣ ਦਾ ਯਤਨ ਕਰਾਂਗੇ। ਕਿਉਂਕਿ ਜਿਹੜੀ ਚੀਜ਼ ਦੀ ਕਮਾਈ ਦੀ ਘਾਲਣਾ ਦਾ ਨਹੀਂ ਸਾਨੂੰ ਪਤਾ, ਫਿਰ ਅਸੀਂ ਸੰਭਾਲਦੇ ਨਹੀਂ। ਅਸੀਂ ਆਪਣੇ ਸਥਾਨਾਂ ਨੂੰ ਨਹੀਂ ਸੰਭਾਲ ਰਹੇ। ਕਾਰਨ ਕੀ? ਸਾਨੂੰ ਨਹੀਂ ਪਤਾ ਇਹ ਸਾਡੇ ਕੋਲ ਆਏ ਕਿਸ ਤਰ੍ਹਾਂ ਨੇ। ਅਸੀਂ ਸਿੱਖੀ ਨੂੰ ਨਹੀਂ ਸੰਭਾਲ ਰਹੇ, ਸਾਨੂੰ ਨਹੀਂ ਪਤਾ ਇਹਦੀ ਪ੍ਰਾਪਤੀ ਕਿਸ ਤਰ੍ਹਾਂ ਹੋਈ ਹੈ। ਦੱਸੋ ਆਪਣੇ ਬੱਚਿਆਂ ਨੂੰ ਕਿਵੇਂ ਕੇਸ ਜਿਹੜੇ ਨੇ ਇਹ ਜਿਹੜਾ ਗੁਰੂ ਕੀ ਮੋਹਰ ਕਿਸ ਤਰ੍ਹਾਂ ਬਣੇ ਨੇ। ਦੱਸੋ ਆਪਣੇ ਬੱਚਿਆਂ ਨੂੰ ਕਿਵੇਂ ਕਲਗੀਧਰ ਪਾਤਸ਼ਾਹ ਨੇ, ਗੁਰੂ ਸਾਹਿਬਾਨ ਨੇ ਸਭ ਕੁਝ ਕੁਰਬਾਨ ਕਰਕੇ ਸਾਨੂੰ 5 ਕਕਾਰਾਂ ਦੇ ਧਾਰਨੀ ਬਣਾਇਆ। ਕਿਵੇਂ ਸੀਸਾਂ ਦੇ ਸਿਰਾਂ ਦੇ ਸੌਦੇ ਹੁੰਦੇ ਰਹੇ ਤੇ ਸਿਰਾਂ ਦੇ ਸੌਦਿਆਂ ਦੇ ਬਦਲੇ ਸਾਨੂੰ ਇੱਕ ਇੱਕ ਚੀਜ਼ ਜਿਹੜੀ ਬਖਸ਼ਿਸ਼ ਕੀਤੀ। ਕਿਵੇਂ ਸਿਰ ਲੱਗੇ ਨੇ ਹਰ ਇੱਕ ਚੀਜ਼ ਦੇ ਪਿੱਛੇ। ਫਿਰ ਜਦੋਂ ਕਿਸੇ ਚੀਜ਼ ਦੀ ਸਕਿੱਲ ਦਾ ਪਤਾ ਲੱਗਦਾ ਫਿਰ ਅਸੀਂ ਉਸ ਚੀਜ਼ ਨੂੰ ਸੰਭਾਲਦੇ। ਖਰ ਮੈਂ ਜਿਹੜੇ ਵਿਸ਼ੇ ਦੀ ਗੱਲ ਕਰ ਰਿਹਾ ਸੀਗਾ ਉਹ ਜਿਹੜਾ ਹੈਗਾ ਉਹ ਲੱਭ ਰਹੀ ਹੈ ਸੂਈ। 2-4 ਬੰਦੇ ਹੋਰ ਲੱਭਣ ਲੱਗ ਗਏ ਤਾਂ ਉਹ ਕਹਿੰਦੇ ਵੀ ਮਾਈ ਸੂਈ ਮਿਲ ਨਹੀਂ ਰਹੀ, ਕਿੱਥੇ ਡਿੱਗੀ ਹੈ? ਉਹ ਕਹਿੰਦੀ ਡਿੱਗੀ ਤਾਂ ਅੰਦਰ ਹੈ। ਉਹ ਕਹਿੰਦੇ ਫਿਰ ਅੰਦਰ ਡਿੱਗੀ ਤੇ ਅੰਦਰ ਲੱਭ। ਉਹ ਕਹਿੰਦੇ ਅੰਦਰ ਨਹੀਂ ਲੱਭੀ ਜਾ ਸਕਦੀ ਕਿਉਂਕਿ ਅੰਦਰ ਹਨੇਰਾ ਹੈ, ਰੌਸ਼ਨੀ ਦਾ ਪ੍ਰਬੰਧ ਨਹੀਂ। ਇਹਦਾ ਮਤਲਬ ਬੰਦਾ ਹਨੇਰੇ ਦੇ ਵਿੱਚ ਕੁਝ ਨਹੀਂ ਲੱਭ ਸਕਦਾ। ਜ਼ਿੰਦਗੀ ਦੀ ਰਿਸ਼ਮ ਜੋ ਕੁਝ ਪ੍ਰਾਪਤ ਕਰਦਾ ਬੰਦਾ ਰੌਸ਼ਨੀ ਦੇ ਅਭਾਵ ਵਿੱਚ ਕਰਦਾ, ਰੌਸ਼ਨੀ ਦੀ ਹੋਂਦ ਵਿੱਚ ਕਰਦਾ ਹੈ। ਰੌਸ਼ਨੀ ਦਾ ਅਭਾਵ ਹੈ, ਰੌਸ਼ਨੀ ਦੀ ਅਣਹੋਂਦ ਹੈ ਤੇ ਬੰਦਾ ਕੁਝ ਵੀ ਨਹੀਂ ਕਰ ਸਕਦਾ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਸਭ ਤੋਂ ਪਹਿਲੀ ਚੀਜ਼ ਮਨੁੱਖ ਦੇ ਅੰਦਰ ਪ੍ਰਭੂ ਦੀ ਜੋਤ ਹੈ, ਦੇਖਣ ਦੀ ਸਮਰੱਥਾ, ਦੇਖਣ ਦੀ ਸਮਰੱਥਾ। ਤੇ ਸਤਿਗੁਰੂ ਪਾਤਸ਼ਾਹ ਅੱਜ ਦੇ ਸ਼ਬਦ ਵਿੱਚ ਕਹਿੰਦੇ ਨੇ, ਕਹਿੰਦੇ ਜਿਹੜੀ ਦੇਖਣ ਦੀ ਸਮਰੱਥਾ ਹੈ
ਉਹਦੇ ਨਾਲ ਹੁਣ ਤੂੰ ਦੇਖਣਾ ਕਿੱਥੇ ਹੈ, ਇਹ ਚੀਜ਼ ਦਾ ਫੈਸਲਾ ਤੈਨੂੰ ਕਰਨਾ ਪਏਗਾ। ਤੈਨੂੰ ਦੇਖਣ ਦੀ ਸਮਰੱਥਾ ਦੇ ਦਿੱਤੀ, ਦੇਖਣ ਦੀ ਸਮਰੱਥਾ ਦੇ ਦਿੱਤੀ, ਤੂੰ ਐਲੀਜੀਬਲ ਹੋ ਗਿਆ ਦੇਖਣ ਦੇ ਵਿੱਚ। ਤੇ ਫਿਰ ਕਹਿੰਦੇ ਦੇਖਣਾ ਕਿੱਥੇ ਹੈ, ਦੇਖਣਾ ਕਿਸ ਤਰ੍ਹਾਂ ਹੈ? ਤੇ ਸਾਹਿਬ ਪਾਤਸ਼ਾਹ ਕਹਿੰਦੇ ਨੇ ਨੇਤਰੀ ਸਤਿਗੁਰ ਵੇਖਣਾ। ਦੇਖਣਾ ਕੀ ਹੈ? ਜਿਵੇਂ ਕਿਸੇ ਅਹੁਦੇਦਾਰ ਮਨੁੱਖ ਨੂੰ ਅਹੁਦਾ ਦੇ ਦਿੱਤਾ ਤੇ ਇਸ ਅਹੁਦੇ ਦੀ ਵਰਤੋਂ ਕਰਨੀ ਕਿਸ ਤਰ੍ਹਾਂ ਹੈ, ਇਹ ਵੀ ਨਾਲ ਨਾਲ ਅਸੀਂ ਜਿਹੜਾ ਹੈਗਾ ਉਹਨੂੰ ਦੱਸਦੇ। ਉਹਦਾ ਇੱਕ ਪੂਰੇ ਦਾ ਪੂਰਾ ਕੋਡ ਆਫ ਕੰਡਕਟ ਹੁੰਦਾ। ਜਿਸ ਤਰ੍ਹਾਂ ਹਰ ਇੱਕ ਛੋਟੇ ਤੋਂ ਛੋਟੇ ਰੁਤਬੇ ਦਾ ਜਿਹੜਾ ਮਨੁੱਖ ਨੂੰ ਜੀਵਨ ਦੇ ਵਿੱਚ ਥੋੜ੍ਹੇ ਸਮੇਂ ਲਈ ਥੋੜ ਚਿਰੇ ਰੂਪ ਦੇ ਵਿੱਚ ਮਿਲਿਆ ਹੈ, ਉਹਦਾ ਇੱਕ ਕੋਡ ਆਫ ਕੰਡਕਟ, ਰੂਲ ਐਂਡ ਰੈਗੂਲੇਸ਼ਨ ਹੈ। ਤੇਰੀ ਲਾਈਫ, ਤੇਰੀ ਜ਼ਿੰਦਗੀ ਜਿਹੜੀ ਬਹੁਤ ਪ੍ਰੈਸ਼ੀਅਸ ਹੈ, ਬਹੁਤ ਕੀਮਤੀ ਹੈ। ਕਰੋੜਾਂ ਜਨਮਾਂ ਤੋਂ ਬਾਅਦ ਕਿਤੇ ਤੂੰ ਇਸ ਮਨੁੱਖਾ ਜਨਮ ਵਿੱਚ ਆਇਆ, ਕਿਤੇ ਬਹੁਤ ਲੰਮੇ ਸਮੇਂ ਦੀ ਜਿਹੜੀ ਵਾਂਡਰਿੰਗ ਜਿਹੜੀ ਹੈਗੀ, ਘੁੰਮਣ ਤੋਂ ਬਾਅਦ ਕਿਤੇ ਆ ਮਨੁੱਖਾ ਜਨਮ ਪ੍ਰਾਪਤ ਹੋਇਆ। ਤੇ ਇਸ ਦੇ ਵਿੱਚ ਤੈਨੂੰ ਇੱਕ ਇੱਕ ਚੀਜ਼ ਜਿਹੜੀ ਮਿਲੀ, ਉਸ ਦੀ ਵਰਤੋਂ ਕਰਨੀ ਹੈ। ਵਰਤੋਂ ਕਿਸ ਤਰ੍ਹਾਂ ਕਰਨੀ? ਕਹਿੰਦੇ ਕਿ ਅੱਖਾਂ ਦੇ ਨਾਲ ਕੀ ਦੇਖਣਾ ਹੈਗਾ। ਤੇ ਫਿਰ ਸਤਿਗੁਰੂ ਕਹਿੰਦੇ ਨੇ ਤੂੰ ਕੀ ਦੇਖ ਰਿਹਾ ਹੈ? ਜੀਭ ਦੇ ਨਾਲ ਕੀ ਮੰਨਣਾ ਸੀ ਤੇ ਤੂੰ ਕੀ ਕਰ ਰਿਹਾ ਹੈ? ਬਸ ਆਹੀ ਚੀਜ਼ ਅੱਜ ਦੇ ਸ਼ਬਦ ਵਿੱਚ ਸਤਿਗੁਰੂ ਪਾਤਸ਼ਾਹ ਇਸੇ ਵਿਸ਼ੇ ਤੇ ਬਾਤ ਕਰਦੇ। ਕਹਿੰਦੇ ਕਿਆ ਤੂੰ ਰੱਤਾ ਦੇਖ ਕੇ ਪੁੱਤਰ ਕਲੱਤਰ ਸਿੰਗਾਰ। ਦੇਖਣਾ ਕੀ ਸੀਗਾ? ਹਰ ਇੱਕ ਸ਼ੈ ਦੇ ਵਿੱਚੋਂ, ਹਰ ਇੱਕ ਜ਼ਰਰੇ ਦੇ ਵਿੱਚੋਂ ਪ੍ਰਭੂ ਦੇ ਦਰਸ਼ਨ ਕਰਨੇ ਸੀ। ਕੀ ਦੇਖ ਰਿਹਾ ਹੈ? ਕੇਵਲ ਤੇ ਕੇਵਲ ਰੂਪ ਰੰਗ ਸੁਹੱਪਣ, ਪੁੱਤਰ ਕਲੱਤਰ, ਪੁੱਤਰ ਧੀਆਂ ਨੂੰ ਦੇਖ ਦੇਖ ਕੇ ਪ੍ਰਵਲਿਤ ਹੋ ਰਿਹਾ। ਰਸ ਭੋਗੈ ਖੁਸ਼ੀਆਂ ਕਰੇ। ਉਹ ਕਹਿੰਦੇ ਪ੍ਰਸੰਨ ਹੋਣਾ ਸੀਗਾ ਬੇਪਰਵਾਹ ਸਦਾ ਰੰਗ ਹਰ ਕੇ ਜਾਂ ਕੋ ਪਾਕ ਸੁਆਮੀ। ਤੇ ਕਹਿੰਦੇ ਤੂੰ ਰਸ ਭੋਗ ਰਿਹਾ ਹੈ ਤੇ ਉਹਨਾਂ ਰਸਾਂ ਦੇ ਵਿੱਚੋਂ ਖੁਸ਼ੀਆਂ ਮਾਣ ਰਿਹਾ। ਮਾਣੇ ਰੰਗ ਅਫਾਰ। ਤੇ ਫਿਰ ਕਹਿੰਦੇ ਆਫਰ ਰਿਹਾ ਹੈ। ਮੈਂ ਇੱਕ ਬੇਨਤੀ ਹੋਰ ਕਰਾਂ, ਆਫਰ ਦਾ ਬੰਦਾ ਪਤਾ ਕਦੋਂ ਹੈ? ਜਦੋਂ ਕਿਸੇ ਮਨੁੱਖ ਨੇ ਕੁਝ ਐਸਾ ਖਾਧਾ ਜਿਹੜਾ ਉਹਦੇ ਪੇਟ ਵਾਸਤੇ ਨਹੀਂ ਸੀ ਬਣਿਆ ਜਾਂ ਜਿਹਦੀ ਲੋੜ ਨਹੀਂ ਸੀ, ਬੰਦੇ ਨੂੰ ਫਰੇਮਾ ਉਦੋਂ ਹੁੰਦਾ ਹੈ। ਤੁਸੀਂ ਕਿਤੇ ਆਮ ਹੀ ਅੱਜ ਕੱਲ੍ਹ ਤਾਂ ਬਹੁਤ ਖਾਣ ਪੀਣ ਦਾ ਪ੍ਰਚਲਨ ਹੱਦੋਂ ਵੱਧ ਹੋ ਗਿਆ ਨਾ। ਹਜ਼ਾਰਾਂ ਤਰ੍ਹਾਂ ਦੇ ਫਾਸਟ ਫੂਡ ਤੋਂ ਲੈ ਕੇ ਜੰਕ ਫੂਡ ਤੱਕ ਕਿੰਨਾ ਕੁਝ ਜਿਹੜਾ ਹੈਗਾ ਉਹ ਪਲਾਂ ਦੇ ਵਿੱਚ ਬਣ ਕੇ ਤਿਆਰ ਹੋ ਰਿਹਾ, ਲੋਕ ਖਾਂਦੇ ਨੇ। ਤੇ ਕਿੰਨੀ ਵੇਸਟੇਜ ਹੋ ਰਹੀ ਉਹਦੇ 'ਚ। ਤੇ ਫਿਰ ਕਿੰਨੇ ਲੋਕ ਪਹਿਲੇ ਦਿਨ ਬਹੁਤ ਸਾਰਾ ਖਾਂਦੇ ਨੇ, ਦੂਜੇ ਦਿਨ ਬਿਮਾਰ ਹੋ ਜਾਂਦੇ ਨੇ। ਪਰ ਇੱਕ ਚੀਜ਼ ਐਸੀ ਨਾ ਜਿਹੜੀ ਬੰਦੇ ਦੇ ਵਾਸਤੇ ਹੀ ਬਣੀ ਹੈ। ਸਤਿਗੁਰੂ ਕਹਿੰਦੇ ਨੇ ਵਿਕਾਰਾਂ ਦੇ ਆਉਣ ਦਾ ਕਾਰਨ, ਵਿਕਾਰਾਂ ਨੂੰ ਕਿਹਾ ਫਰੇਮਾ। ਉਹ ਕਹਿੰਦੇ ਨੇ ਕਿਆ ਤੂੰ ਰੱਤਾ ਦੇਖ ਕੇ ਪੁੱਤਰ ਕਲੱਤਰ ਸਿੰਗਾਰ ਰਸ ਭੋਗਿਆ ਖੁਸ਼ੀਆਂ ਕਰੇ। ਕਹਿੰਦੇ ਜਦੋਂ ਤਾਂ ਬੰਦਾ ਰਸ ਭੋਗ ਰਿਹਾ ਹੈ ਉਦੋਂ ਤਾਂ ਬੜੀ ਪ੍ਰਸੰਨਤਾ ਹੁੰਦੀ ਹੈ, ਜੀਭ ਨੂੰ ਰਸ ਮਿਲ ਰਿਹਾ ਹੈਗਾ। ਪਰ ਕਹਿੰਦੇ ਦੂਸਰਾ ਦਿਨ ਕਿਤੇ ਦੇਖਿਓ, ਜਿਹਨੇ ਅੱਜ ਰਸ ਮਾਣਿਆ ਨਾ, ਉਹਦਾ ਕੱਲ੍ਹ ਦਾ ਦਿਨ ਦੇਖਿਓ ਕੀ ਵਾਪਰੇਗਾ। ਅੱਜ ਦੇ ਦਿਨ ਖੁਸ਼ੀ ਦੇ ਨਾਲ ਰਸ ਭੋਗ ਰਿਹਾ ਤੇ ਕੱਲ੍ਹ ਦਾ ਦਿਨ ਕੀ ਹੋਏਗਾ? ਕੱਲ੍ਹ ਦਾ ਦਿਨ ਕਹਿੰਦੇ ਵਰਤੈ ਹੋਏ ਅਫਾਰ, ਆਫਰਿਆ ਹੋਇਆ। ਦੂਸਰੇ ਦਿਨ ਜਿਹਨੇ ਬਹੁਤ ਸਾਰੀ ਖੁਸ਼ੀ ਮਨਾਈ ਹੈ, ਸਾਰਾ ਦਿਨ ਨੱਚਦਾ ਰਿਹਾ, ਦੂਜੇ ਦਿਨ ਤੁਹਾਨੂੰ ਲੇਟਿਆ ਮਿਲੇਗਾ, ਬਿਮਾਰ ਮਿਲੇਗਾ ਤੁਹਾਨੂੰ। ਸਤਿਗੁਰੂ ਕਹਿੰਦੇ ਨੇ ਸੰਸਾਰਕ ਪਦਾਰਥਾਂ ਨੂੰ, ਜਿਹੜੀ ਚੀਜ਼ ਜਿਹੜੀ ਬਣੀ ਨਹੀਂ ਤੇਰੇ ਵਾਸਤੇ, ਤੂੰ ਜਦੋਂ ਉਹਨੂੰ ਆਪਣੇ ਪੇਟ ਵਿੱਚ ਲੈ ਕੇ ਜਾਏਗਾ ਤਾਂ ਕਹਿਣ ਲੱਗੇ ਅਫਰੇਮੇ ਤੇ ਬਿਮਾਰੀਆਂ ਤੋਂ ਬਿਨਾਂ ਹੋਰ ਕੁਝ ਨਹੀਂ। ਦੂਜੀ ਗੱਲ, ਸਤਿਗੁਰੂ ਕਹਿੰਦੇ ਨੇ ਜਿਹੜੇ ਖਿਆਲਾਤ, ਜਿਹੜੀਆਂ ਚੀਜ਼ਾਂ ਤੇਰੇ ਸੁਰਤ ਵਾਸਤੇ ਨਹੀਂ ਬਣੀਆਂ, ਜਿਹੜੀਆਂ ਕੇਵਲ ਤੇ ਕੇਵਲ ਮਸਟ ਵੀ ਤੇਰੇ ਚਗਿਰਦੇ ਦੇ ਵਿੱਚ ਸਨ ਤੇ ਤੂੰ ਉਹਨਾਂ ਨੂੰ ਵਰਤਣਾ ਸੀ, ਉਹਨਾਂ ਦੇ ਸਹਾਰੇ ਦੇ ਨਾਲ ਅੱਗੇ ਤੁਰਨਾ ਸੀਗਾ, ਉਹ ਤੈਨੂੰ ਕੁਦਰਤ ਨੇ ਆਪਣੇ ਆਪ ਹੀ ਤੇਰੇ ਚਗਿਰਦੇ ਵਿੱਚ ਰੱਖੀਆਂ ਸੀਗੀਆਂ। ਉਹਨਾਂ ਦਾ ਤੈਨੂੰ ਕੋਈ ਮਾਣ ਕਰਨ ਦੀ ਲੋੜ ਨਹੀਂ ਸੀਗੀ। ਪਰ ਕਹਿਣ ਲੱਗੇ ਤੂੰ ਉਹਨਾਂ ਦਾ ਜਿਹੜਾ ਹੈਗਾ ਮਾਣ ਤੇ ਹੰਕਾਰ ਕਰਦਾ ਰਿਹਾ। ਕਹਿਣ ਦਾ ਭਾਵ ਉਹਨਾਂ ਚੀਜ਼ਾਂ ਨਾਲ ਜੁੜ ਗਿਆ ਜਿਹੜੀਆਂ ਦੀ ਲੋੜ ਨਹੀਂ ਸੀਗੀ, ਅਨਨੈਸੈਸਰੀ ਕੁਝ। ਤੇ ਉਹ ਕਹਿੰਦੇ ਨੇ ਰਸ ਭੋਗਿਆ ਖੁਸ਼ੀਆਂ ਕਰੇ ਵਰਤੇ ਹੋਏ ਅਫਾਰ। ਫਿਰ ਕਹਿੰਦੇ ਕਰਤਾ ਚੇਤਨਾ ਵਈ ਮਨਮੁਖ ਅੰਧ ਗੁਬਾਰ। ਕਹਿੰਦੇ ਉਹ ਕਰਤਾ, ਕਹਿੰਦੇ ਉਹ ਚੇਤੇ ਵਿੱਚ ਹੀ ਨਹੀਂ ਰਿਹਾ। ਫਿਰ ਕਹਿੰਦੇ ਹੌਲੀ ਹੌਲੀ ਉਹ ਵਿਸਰਦਾ 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 ਵਿਸਰਦਾ। ਤੇ ਫਿਰ ਕਹਿੰਦੇ ਗਹਿਰੇ ਹਨੇਰੇ ਦੇ ਵਿੱਚ ਜਿਹੜੀ ਜੋਤ ਨੇ ਤੈਨੂੰ ਇਸ ਜੀਵਨ ਦੇ ਵਿੱਚ ਲੈ ਕੇ ਆਂਦਾ ਸੀ, ਕਹਿੰਦੇ ਉਹ ਜੋਤ ਦੇ ਚਗਿਰਦੇ ਦੇ ਵਿੱਚ ਬੜਾ ਗਹਿਰਾ ਹਨੇਰਾ ਪੈਦਾ ਕਰ ਲਿਆ। ਕਿਉਂ ਕੀਤਾ? ਉਹਦਾ ਇੱਕ ਕਾਰਨ ਹੈ। ਜਦੋਂ ਕਿਸੇ ਤੁਸੀਂ ਲੈਂਪ ਨੂੰ ਜਗਦਿਆਂ ਹੋਇਆ ਦੇਖੋਗੇ, ਦੀਵਾ ਹੈ, ਦੀਵੇ ਦੇ ਚੁਗਿਰਦੇ ਦੇ ਵਿੱਚ ਇੱਕ ਸ਼ੀਸ਼ੇ ਦਾ ਗਲਾਸ ਲਾ ਦਿੱਤਾ ਜਾਂਦਾ ਹੈ, ਉਹਨੂੰ ਲੈਂਪ ਕਹਿ ਦਿੰਦੇ ਅਸੀਂ। ਤੇ ਫਿਰ ਉਸੇ ਦੀਵੇ ਦਾ ਆਪਣਾ ਧੂੰਆਂ ਹੀ ਉਸ ਲੈਂਪ ਦੇ ਚੁਗਿਰਦੇ ਦੇ ਵਿੱਚ ਚਿੰਬੜਦਾ ਜਾਂਦਾ, ਇੱਕ ਦਿਨ ਕੀ ਹੁੰਦਾ ਹੈ, ਜਗਦਾ ਹੋਇਆ ਦੀਵਾ ਵੀ ਹਨੇਰੇ ਵਿੱਚ ਪਿਆ ਹੁੰਦਾ। ਕਮਰੇ ਵਿੱਚ ਦੀਵਾ ਜਗ ਰਿਹਾ ਹੁੰਦਾ, ਚੁਗਿਰਦੇ 'ਚ ਹਨੇਰਾ ਹੁੰਦਾ ਹੈ। ਬਸ ਇਸ ਤਰ੍ਹਾਂ ਹੀ ਮਨੁੱਖੀ ਜੀਵਨ ਹੈ। ਵਿਕਾਰਾਂ ਦਾ ਧੂੰਆਂ ਇੰਨਾ ਕੁ ਜੀਵਨ ਵਿੱਚ ਪੈਦਾ ਹੋ ਗਿਆ
ਕਿ ਚੁਗਿਰਦੇ ਦਾ ਜਿਹੜਾ ਸ਼ੀਸ਼ਾ ਹੈਗਾ ਬਿਲਕੁਲ ਧੁੰਦਲਾ ਹੋ ਗਿਆ। ਤੇ ਫਿਰ ਕਹਿੰਦੇ ਇਸ ਨੂੰ ਸਾਫ਼ ਕਿਵੇਂ ਕੀਤਾ ਜਾਏ? ਮੇਰੇ ਮਨ ਸੁਖ ਦਾਤਾ ਹਰ ਸੋਏ, ਗੁਰ ਪ੍ਰਸਾਦੀ ਮਨ ਵਸੈ ਕਰਮ ਪ੍ਰਾਪਤ ਹੋਏ। ਰਹਾਉ ਦੀਆਂ ਪੰਕਤੀਆਂ ਨੇ, ਸੁਖ ਦਾਤਾ ਹਰ ਸੋਏ, ਗੁਰ ਪ੍ਰਸਾਦੀ ਮਨ ਵਸੈ ਕਰਮ ਪ੍ਰਾਪਤ ਹੋਏ। ਉਹ ਕਹਿੰਦੇ ਸੁੱਖਾਂ ਦਾ ਦਾਤਾ, ਤੂੰ ਅਗਿਆਨ ਦੇ ਡੂੰਘੇ ਹਨੇਰੇ ਵਿੱਚ ਡੁੱਬ ਗਿਆ, ਆ ਤੈਨੂੰ ਸੁੱਖਾਂ ਦੇ ਦਾਤੇ ਪ੍ਰਭੂ ਦੇ ਕੋਲ ਲੈ ਕੇ ਚੱਲੀਏ। ਆ ਤੈਨੂੰ ਸੁਖ ਦਾਤਾ ਭੈ ਭੰਜਨੋ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਤੇਰੇ ਡਰ, ਤੇਰੇ ਤੌਖਲਿਆਂ ਨੂੰ ਦੂਰ ਕਰਨ ਵਾਲਾ ਪ੍ਰਭੂ, ਉਹਦੇ ਨੇੜੇ ਲੈ ਕੇ ਚੱਲੀਏ। ਤੇ ਸਾਹਿਬ ਪਾਤਸ਼ਾਹ ਕਹਿੰਦੇ ਮੇਰੇ ਮਨ ਸੁਖ ਦਾਤਾ ਹਰ ਸੋਏ। ਸਤਿਗੁਰੂ ਜੀ ਜਿਹੜਾ ਸੁੱਖਾਂ ਦਾ ਦਾਤਾ ਹੈਗਾ, ਪ੍ਰਾਪਤ ਕਿੱਥੋਂ ਹੋਏਗਾ? ਸਵਾਲ ਆ ਨਾ ਅਗਲਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਪੂਰੀ ਬਾਣੀ ਮਨ ਅਤੇ ਜਿਹੜਾ ਜੀਵਨ ਦੀਆਂ ਜਿਹੜੀਆਂ ਘਾਲਣਾਵਾਂ ਨੇ ਉਹਨਾਂ ਦੇ ਪ੍ਰਤੀ ਮਨ ਅਤੇ ਗੁਰੂ ਦੀ ਕਨਵਰਸੇਸ਼ਨ, ਡਿਸਕਸ਼ਨ ਹੈ। ਕਿਵੇਂ ਮਨ ਨੂੰ ਉਘਾੜਨਾ ਹੈ ਇਸ ਵਿਕਾਰਾਂ ਦੀ ਡੂੰਘੀ ਖਾਈ ਦੇ ਵਿੱਚੋਂ, ਤੇ ਫਿਰ ਗੁਰੂ ਇਸ ਵਿਸ਼ੇ ਤੇ ਵਿਚਾਰ ਕਰਦੇ। ਫਿਰ ਕਹਿੰਦੇ ਸੁੱਖਾਂ ਦਾ ਦਾਤਾ ਉਹ ਪ੍ਰਮਾਤਮਾ ਹੈ। ਸੁੱਖਾਂ ਦਾ ਦਾਤਾ ਹੈ, ਜੇਕਰ ਤੂੰ ਉਹਦੇ ਨਾਲ ਇੱਕ ਵਾਰੀ ਜੁੜ ਜਾਏਗਾ। ਮੈਂ ਭਾਈ ਸਾਹਿਬ ਭਾਈ ਰਣਧੀਰ ਸਿੰਘ ਦੀਆਂ ਕੁਝ ਅੱਜ ਬਾਤਾਂ ਜਿਹੜਾ ਹੈਗਾ ਪੜ੍ਹ ਰਿਹਾ ਸੀਗਾ, ਤਾਂ ਮੈਨੂੰ ਇੱਕ ਬੜੀ ਸੋਹਣੀ ਗੱਲ ਲੱਗੀ ਉਹਦੇ ਵਿੱਚੋਂ। ਉਹ ਕਹਿੰਦੇ ਵੀ ਪ੍ਰਮਾਤਮਾ ਕਿਸ ਤਰ੍ਹਾਂ ਸੁੱਖਾਂ ਦਾ ਦਾਤਾ। ਬਸ ਆਖਰੀ ਬਾਤ ਕਹਿ ਕੇ ਮੈਂ ਸਮਾਪਤੀ ਕਰ ਦੇਣੀ ਹੈ। ਉਹ ਕਹਿੰਦੇ ਨੇ ਸਮੁੰਦਰ ਅਤੇ ਲਹਿਰਾਂ ਨੂੰ ਦੇਖੋ, ਲਹਿਰਾਂ ਸਮੁੰਦਰ ਨਾਲ ਜੁੜੀਆਂ ਹੋਈਆਂ ਨੇ, ਤੇ ਕਹਿੰਦੇ ਜੁੜੀਆਂ ਹੋਈਆਂ ਲਹਿਰਾਂ, ਸਮੁੰਦਰ ਉਹਨਾਂ ਲਹਿਰਾਂ ਨੂੰ ਉਛਾਲਦਾ ਹੈ। ਲਹਿਰਾਂ ਉਛਲਦੀਆਂ ਨੇ, ਤੇ ਉਛਲਦੀਆਂ ਹੋਈਆਂ ਲਹਿਰਾਂ ਨੂੰ ਸਮੁੰਦਰ ਪਟਕਾ ਪਟਕਾ ਕੇ ਮਾਰਦਾ। ਲਹਿਰ ਦੇ ਬਣਨ ਦਾ ਕਾਰਨ ਅਨਲ ਅਗਮ ਜੈਸੇ ਲਹਿਰ ਮੈਂ ਓਧਤ ਜਲ ਕੇਵਲ ਜਲ ਮਾਈ। ਬਾਬਾ ਰਵਿਦਾਸ ਸਾਹਿਬ ਜੀ ਮਹਾਰਾਜ ਨੂੰ ਪੁੱਛੋ ਲਹਿਰਾਂ ਤੇ ਸਮੁੰਦਰ ਦਾ ਜੋੜ ਕੀ ਹੁੰਦਾ ਹੈ? ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ, ਅਨਲ ਅਗਮ ਜੈਸੇ ਲਹਿਰ ਮੈਂ ਓਧਤ ਜਲ ਕੇਵਲ ਜਲ ਮਾਹੀ। ਕਹਿੰਦੇ ਲਹਿਰਾਂ ਸਮੁੰਦਰ ਦੇ ਨਾਲ ਜੁੜੀਆਂ ਹੋਈਆਂ ਨੇ, ਤੇ ਕਹਿੰਦੇ ਹਵਾ ਦਾ ਵੇਗ ਫਿਰ ਲਹਿਰਾਂ ਨੂੰ, ਪਾਣੀ ਨੂੰ, ਉੱਪਰਲੀ ਸਤ੍ਹਾ ਨੂੰ ਨਾ ਜਿਹੜਾ ਉਛਾਲ ਲੈਂਦਾ, ਤੇ ਲਹਿਰਾਂ ਉਛਲ ਪੈਂਦੀਆਂ ਨੇ। ਸਮੁੰਦਰ ਦੇ ਵਿੱਚ ਟਰਨੇਡੋ ਬਣ ਜਾਂਦੇ ਨੇ, ਜਿਹੜਾ ਜਿਵੇਂ ਉਹ ਆਪਾਂ ਕਹਿੰਦੇ ਨੇ ਵਰਲਪੂਲ ਬਣ ਜਾਂਦੇ ਨੇ। ਵਰਲਪੂਲ ਮਤਲਬ ਘੇਰੀਆਂ ਬਣ ਜਾਣੀਆਂ। ਤਾਂ ਉਹ ਜਦੋਂ ਚੀਜ਼ਾਂ ਜਿਹੜੀਆਂ ਨੇ ਹੋਂਦ ਵਿੱਚ ਆਉਂਦੀਆਂ, ਤੇ ਫਿਰ ਕਹਿੰਦੇ ਹਵਾ ਬਹੁਤ ਤੇਜ਼ ਵੇਗ ਹੁੰਦਾ ਸਮੁੰਦਰ ਦੇ ਉੱਤੇ, ਹਵਾ ਦੀ ਬਹੁਤ ਜ਼ਿਆਦਾ ਗਤੀ ਹੁੰਦੀ ਹੈ, ਕਿਉਂਕਿ ਜਿਹੜਾ ਸਤ੍ਹਾ ਹੈਗੀ ਹੈ ਸਮੁੰਦਰ ਦੀ, ਸਤ੍ਹਾ ਬੜੀ ਲਚਕੀਲੀ ਹੈ, ਤੇ ਉਹ ਉਛਾਲਾ ਦਿੰਦੀ ਹੈ ਹਵਾ ਨੂੰ। ਇਸ ਕਰਕੇ ਹਵਾ ਦੀ ਜਿਹੜੀ ਹੈਗੀ ਘਣਤਾ ਵੀ ਉੱਥੇ ਜ਼ਿਆਦਾ ਹੁੰਦੀ ਹੈ, ਤੇ ਹਵਾ ਦਾ ਵੇਗ ਵੀ ਵੱਧ ਹੋਏਗਾ। ਕਹਿੰਦੇ ਲਹਿਰਾਂ ਬਣਦੀਆਂ, ਪਰ ਲਹਿਰਾਂ ਸਮੁੰਦਰ ਦਾ ਹਿੱਸਾ ਹੈ। ਸਮੁੰਦਰ ਲਹਿਰਾਂ ਪਟਕਦੀਆਂ ਨੇ, ਹਵਾ ਪਟਕ ਪਟਕ ਕੇ ਮਾਰਦੀ ਹੈ, ਪਰ ਸਮੁੰਦਰ ਦਾ ਹਿੱਸਾ ਹੋਣ ਕਰਕੇ ਲਹਿਰਾਂ ਸਮੁੰਦਰ ਦੇ ਨਾਲ ਹੀ ਜੁੜੀਆਂ ਰਹਿੰਦੀਆਂ। ਸਮੁੰਦਰ ਲਹਿਰਾਂ ਨੂੰ ਤੱਤੀ ਵਾਹ ਨਹੀਂ ਲੱਗਣ ਦਿੰਦਾ, ਆਪਣੇ ਵਿੱਚ ਸਮਾ ਲੈਂਦਾ ਹੈ। ਲਹਿਰ 100 ਫੁੱਟ ਵੀ ਉੱਚੀ ਉੱਠ ਖੜੇ, ਸਮੁੰਦਰ ਥੱਲੇ ਹੈ ਉਸਨੂੰ ਆਪਣੇ ਵਿੱਚ ਸਮਾਉਣ ਨੂੰ। ਸਮੁੰਦਰ 100 ਫੁੱਟ ਉੱਚੀ ਉੱਠੀ ਹੋਈ ਲਹਿਰ ਨੂੰ ਫਿਰ ਆਪਣੇ ਵਿੱਚ ਲੀਨ ਕਰ ਲੈਂਦਾ ਹੈਗਾ। ਜਲ ਕੇਵਲ ਜਲ ਮਾਹੀ। ਕਹਿੰਦੇ ਸਿੱਖ ਜਿਸ ਦਿਨ ਸੁਖ ਦਾਤੇ ਨਾਲ ਜੁੜ ਜਾਏਗਾ, ਫਿਰ ਕਹਿੰਦੇ ਜੀਵਨ ਦੇ ਵਿੱਚ ਕਿੰਨਾ ਵੀ ਵੱਡਾ ਦੁੱਖ ਕਿਉਂ ਨਾ ਹੋਏ, ਉਹਨੂੰ ਥੱਲੇ ਸੰਭਾਲਣ ਵਾਲਾ ਗੁਰੂ ਰੂਪ ਸਮੁੰਦਰ ਖੜਾ ਹੋਏਗਾ। ਐਵੇਂ ਨਹੀਂ, ਉਦਾਹਰਨਾਂ ਬੜੀਆਂ ਕਮਾਲ ਦੇ ਮੈਟਾਫੋਰ ਨੇ। ਉਦਤ ਜਲ ਕੇਵਲ ਜਲ ਮਾਈ, ਜਲ ਫਿਰ ਪਰਤ ਕੇ ਜਲ ਵਿੱਚ, ਜਲ ਨੂੰ ਆਪਣੇ ਵਿੱਚ ਲੀਨ ਕਰਨ ਵਾਸਤੇ ਬਹੁਤ ਵੱਡਾ ਸਮੁੰਦਰ ਦਾ ਇੱਕ ਅਗੋਸ਼ ਬਾਹਾਂ ਫੈਲਾ ਕੇ ਖੜਾ ਹੈਗਾ। ਜਲ ਕੇਵਲ ਜਲ ਮਾਈ। ਫਿਰ ਅਗਲੇਰੀ ਇੱਕ ਉਦਾਹਰਨ ਉਹਨਾਂ ਹੋਰ ਦਿੱਤੀ ਭਾਈ ਸਾਹਿਬ ਨੇ, ਭਾਈ ਰਣਧੀਰ ਸਿੰਘ, ਬੜੇ ਅਧਿਆਤਮੀ ਪੁਰਖ, ਅਧਿਆਤਮ ਦਾ ਸਿਖਰ ਹੈ। ਮੈਂ ਤਾਂ ਕਈ ਵਾਰੀ ਸੋਚਦਾ ਹੁੰਨਾ ਵੀ ਇਹ ਉਹ ਲੋਕ ਨੇ ਜਿਨ੍ਹਾਂ ਨੇ ਗੁਰੂ ਰੂਪੀ ਮਹਾਨ ਭੰਡਾਰੇ ਨੂੰ ਸਾਡੇ ਤੱਕ ਪਹੁੰਚਾਇਆ। ਨਹੀਂ ਤਾਂ ਸਾਡੇ ਵਰਗੇ ਅਲਪੱਗ ਜੀਵ ਕਿੱਥੇ ਸਮਝ ਸਕਦੇ ਸਨ ਗੁਰੂ ਨੂੰ। ਕੋਲ ਬੈਠਿਆਂ ਵੀ ਗੁਰੂ ਤੋਂ ਬੇਮੁਖ ਹੋ ਕੇ ਬੈਠੇ ਰਹਿੰਦੇ ਆ। ਭਾਈ ਸਾਹਿਬ ਨੇ ਫਿਰ ਇੱਕ ਹੋਰ ਉਦਾਹਰਨ ਦਿੱਤੀ। ਕਹਿੰਦੇ ਰੁੱਖ ਹੈ, ਜਿਹੜੇ ਪੱਤੇ ਰੁੱਖ ਨਾਲ ਜੁੜੇ ਹੋਏ ਨੇ, ਭਾਵਾਂ ਕਿੰਨਾ ਮਰਜ਼ੀ ਹਨੇਰ ਆਵੇ, ਪੱਤਿਆਂ ਨੂੰ ਜਿੰਨੇ ਮਰਜ਼ੀ ਝਟਕੇ ਲੱਗਣ ਹਨੇਰੀ ਦੇ, ਪਰ ਰੁੱਖ ਆਪਣੇ ਪੱਤਿਆਂ ਨੂੰ ਕਦੇ ਸੁੱਕਣ ਨਹੀਂ ਦਿੰਦਾ। ਤੇ ਜਿਹੜਾ ਪੱਤਾ ਰੁੱਖ ਨਾਲੋਂ ਟੁੱਟ ਗਿਆ, ਹਨੇਰੀ ਨੇ ਜਿਹੜੇ ਪਾਸੇ ਨੂੰ ਜਾਣਾ ਉਹਨੂੰ ਹਜ਼ਾਰਾਂ ਕੋਹਾਂ ਦੂਰ ਲੈ ਜਾਣਾ ਉਹਨੂੰ। ਉਹ ਕਹਿੰਦੇ ਨੇ ਆਪਣੇ ਮੂਲ ਨਾਲ ਜੁੜਿਆ ਹੋਇਆ ਉਹਨੂੰ ਕਦੇ ਉਹ ਜਿਹੜਾ ਹੈਗਾ ਆਪਣੇ ਨਾਲੋਂ ਵਿਛੜ ਨਹੀਂ ਦਿੰਦਾ, ਤੇ ਆਪਣੇ ਨਾਲੋਂ ਵਿਛੋੜੇ ਦੇ ਦੁੱਖ ਦੇ ਵਿੱਚ ਉਹਨੂੰ ਸੁੱਕਣ ਨਹੀਂ ਦਿੰਦਾ। ਗੁਰੂ ਵੀ ਇਸੇ ਤਰ੍ਹਾਂ ਹੈ। ਮੇਰੇ ਮਨ ਸੁਖ ਦਾਤਾ ਹਰ ਸੋਏ, ਗੁਰ ਪ੍ਰਸਾਦੀ ਮਨ ਵਸੈ ਕਰਮ ਪ੍ਰਾਪਤ ਹੋਏ। ਇੱਥੇ ਕਰਮ ਦਾ ਅਰਥ ਹੈ ਬਖਸ਼ਿਸ਼। ਉਹ ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ
ਸੁੱਖਾਂ ਦੇ ਦਾਤੇ ਪ੍ਰਭੂ ਦੇ ਨਾਲ ਮਿਲਾਪ ਹੁੰਦਾ ਤੇ ਫਿਰ ਕਹਿੰਦੇ ਗੁਰੂ ਦੀ ਬਖਸ਼ਿਸ਼ ਦੇ ਨਾਲ ਉਸ ਪ੍ਰਭੂ ਦੀ ਪ੍ਰਾਪਤੀ ਹੁੰਦੀ। ਇਸੇ ਕਰਕੇ ਗੁਰੂ ਦੇ ਚਰਨਾਂ ਦੇ ਨਾਲ ਜੁੜ ਕੇ ਜੀਵਨ ਲੋਕ ਸੁਖੀਆ ਤੇ ਪ੍ਰਲੋਕ ਸੁਹੇਲਾ ਕਰ ਲਈਏ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਇਸ ਅਵਸਥਾ ਦੇ ਵਿੱਚ ਜੀਵਨ ਜੀਵੀਏ ਤਾਂ ਕਿ ਇਸ ਸੰਸਾਰ ਤੇ ਲੋਕ ਸੁਖੀਏ ਤੇ ਪ੍ਰਲੋਕ ਸੁਹੇਲੇ ਹੋ ਨਿਬੜੀਏ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਹੁਣ ਤਾਈਆਂ ਦੇ ਲਿਖਿਮਾਂ ਦੇ ਜਾਚਕਾਂ ਪੁੱਲਾਂ ਸਾਰੀਆਂ ਸਾਡੀਆਂ ਚੰਗੀਆਂ ਗੱਲਾਂ ਗੁਰਾਂ ਦੀਆਂ ਜਾਣਦੇ ਹਿਰਦੇ 'ਚ ਵਸਾਉਂਦੇ ਆ। ਇੱਕੋ ਵਾਰ ਕਹਿਣ 'ਤੇ ਬੋਲਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀਓ।